पूर्ण मल जखेपड़ वाला घुलिया जादर भंगे, हिक जोर नाल ढाए जिसने मल चंगे तो चंगे, राज लिहड़ी दुनिया दे मल सी उस तों घबराउंदे, ताइयों तां मल पूर्ण वर्गे मुड़ मुड़ चेते आउंदे, ताइयों तां मल पूर्ण वर्गे मुड़ मुड़ चेते आउंदे। सत श्री अकाल दोस्तों, मैं धर्मा हरिऊ रंग पंजाब दे यूट्यूब चैनल ते आप सब दा स्वागत करदा। सो दोस्तों, अज असीं पुज्जे होए हां जिला संगरूर दे पिंड जखेपड़ दे विच, ते जिथे साडे नाल ने सरदार जै सिंह जी सिद्धू साहब, जो कि रुस्तमे हिंद पहलवान पूर्ण सिंह जी जखेपड़ दे सपुत्र ने। आओ फिर अज आपां उन्हां दे नाल करदे हां गलबात पूर्ण सिंह जी पहलवान बारे, उन्हां दी जिंदगी दे बारे, जिन्ना को उन्हां नूं पता है आपां सारियां गल्लां बातां अज साझीआं करांगे तुहाडे नाल। आओ फिर करदे हां स्वागत। हाँ जी, सब तो पहलां साडे चैनल दे वल्लों तुहाडा बहुत बहुत स्वागत है जी। धन्यवाद जी। रंग पंजाब दे चैनल दे सारे दर्शकों नूं सत्कारयोग सत श्री अकाल ਅਤੇ ਸਰਦਾਰ ਧਰਮ ਸਿੰਘ ਦਾ ਅਤੇ ਰੰਗ ਪੰਜਾਬ ਦੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਕਿ ਅਸੀਂ ਸਰਦਾਰ ਪੂਰਨ ਸਿੰਘ ਪਹਿਲਵਾਨ ਜਖੇਪੜ ਦੇ ਜੀਵਨ ਤੇ ਕੋਈ ਝਾਤ ਪਾ ਸਕੀਏ जी। सो अज आपां गल्लां बातां करिए जी पूर्ण पहलवान जी, क्योंकि साडी कौम दा साडे देश दा माण होए ने, जिन्हां दा इतिहास दे विच पहलवानी दे इतिहास दे विच बहुत वड्डा नाम है जी। रुस्तमे हिंद पहलवान सरदार पूर्ण सिंह जी, उन्हां दियां जिंदगी दियां जिन्नियां कि तुहानूं पता है आपां ओह सारियां गल्लां बातां ने ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਦੇ ਜਨਮ ਦੀ, ਤੇ ਜਨਮ ਕਦੋਂ ਹੋਇਆ ਸੀ ਉਹਨਾਂ ਦਾ ਜੀ? ਸਾਹਿਬ ਪੂਰਨ ਸਿੰਘ ਪਹਿਲਵਾਨ ਪਿੰਡ ਜਖੇਪੜ ਦਾ ਜਨਮ ਸਾਲ 1906 ਵਿੱਚ ਸਾਲ ਕਾਕਾ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਹੋਇਆ ਜੀ। ਤੇ ਉਹ ਉਹਨਾਂ ਦੇ ਪਿਤਾ ਜੀ ਜਦੋਂ 10-12 ਸਾਲ ਦੀ ਉਮਰ ਦੇ ਸੀਗੇ, ਸਾਹਿਬ ਪੂਰਨ ਸਿੰਘ, ਉਹਨਾਂ ਦੇ ਪਿਤਾ ਜੀ ਪਲੇਗ ਦੀ ਬਿਮਾਰੀ ਕਾਰਨ ਸਰਗਵਾਸ ਹੋ ਗਏ ਸੀਗੇ। ਪਰ ਉਹਨਾਂ ਨੂੰ ਇਹਨਾਂ ਨੂੰ ਪਹਿਲਵਾਨ ਬਣਾਉਣ ਦਾ ਬਹੁਤ ਸ਼ੌਂਕ ਸੀ ਅਤੇ ਮੇਰੀ ਦਾਦੀ ਜੀ ਨੂੰ ਉਹ ਕਹਿ ਕੇ ਗਏ ਸੀ ਕਿ ਪੂਰਨ ਸਿੰਘ ਨੂੰ ਬਹੁਤ ਤਕੜਾ ਪਹਿਲਵਾਨ ਬਣਾਉਣਾ ਹੈ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਦਾਦੀ ਜੀ ਇਹਨਾਂ ਨੂੰ ਆਪਣੇ ਪੇਕੇ ਲੈ ਗਈ ਪਿੰਡ ਜਵੰਦੇ, ਜਿੱਥੇ ਇਹਨਾਂ ਦੇ ਮਾਮਿਆਂ ਨੂੰ ਵੀ ਬਹੁਤ ਸ਼ੌਂਕ ਸੀ ਇਹਨੂੰ ਤਕੜਾ ਬਣਾਉਣ ਦਾ। ਸਰ ਮੈਂਗਲ ਸਿੰਘ, ਸਰ ਜੀਤ ਸਿੰਘ ਅਤੇ ਸਰਬਨ ਸਿੰਘ, ਉਹਨਾਂ ਨੇ ਇਹਨੂੰ ਪੂਰੀ ਖੁਰਾਕ ਦੇ ਕੇ ਪੂਰੀ ਵਰਜਿਸ਼ ਕਰਾਉਣੀ ਸ਼ੁਰੂ ਕੀਤੀ। ਉੱਥੇ ਦੇ ਸਰਦਾਰ ਭਜਨ ਸਿੰਘ ਸੀਗੇ ਪਹਿਲਵਾਨ, ਉਹਨਾਂ ਦੀ ਨਿਗਰਾਨੀ ਹੇਠ ਫਿਰ ਟ੍ਰੇਨਿੰਗ ਕਰਦੇ ਰਹੇ। ਤੇ 14-15 ਸਾਲ ਦੀ ਉਮਰ ਵਿੱਚ ਕਾਫੀ ਪੂਰੇ ਤਕੜੇ ਹੋ ਗਏ ਸੀਗੇ। ਇਹ ਬਹੁਤ ਜ਼ੋਰਦਾਰ ਵਰਜਿਸ਼ ਕਰਦੇ ਸੀਗੇ ਔਰ ਬੜੇ ਜੀਦਾਰ ਸੀਗੇ। ਇਹਨਾਂ ਨੂੰ ਵੀ ਭਲਵਾਨੀ ਦਾ ਬਹੁਤ ਸ਼ੌਂਕ ਸੀਗਾ। ਉਸ ਤੋਂ ਬਾਅਦ ਫਿਰ ਇਸ ਸਾਲ ਚੰਨਣ ਸਿੰਘ ਪਹਿਲਵਾਨ, ਜੋ ਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸੀਗੇ, ਪਿੰਡ ਤੋਲਾਵਾਲਾ ਆ ਗਏ, ਉਹਨਾਂ ਤੋਂ ਟ੍ਰੇਨਿੰਗ ਲਈ, ਉੱਥੇ ਵੀ ਤਕੜੇ ਹੋ ਗਏ। ਉਸ ਤੋਂ ਬਾਅਦ ਫਿਰ ਇਹ ਪਿੰਡ ਜਵੰਦੇ ਚਲੇ ਗਏ ਅਤੇ ਫਿਰ ਆਮ ਮੇਲਿਆਂ 'ਤੇ ਦੁਸਹਿਰੇ ਦੇ ਮੇਲਿਆਂ 'ਤੇ ਇਹਨਾਂ ਨੇ ਕੁਸ਼ਤੀਆਂ ਲੜੀਆਂ। ਅਤੇ ਕੁਟੀ ਦਾ ਮੇਲਾ ਪਿੰਡ ਝੰਡੇੜੀ ਵਿਖੇ ਲੱਗਦਾ, ਉੱਥੇ ਇਹ ਹਰ ਸਾਲ ਜੇਤੂ ਰਹਿੰਦੇ। ਅਤੇ ਉੱਥੇ ਵਜ਼ੀਰ ਗੁਰਦਿੱਤ ਸਿੰਘ ਨੇ ਇਹਨਾਂ ਨੂੰ ਵੇਖਿਆ ਅਤੇ ਇਹਨਾਂ ਨੂੰ ਖੁਰਾਕ ਦੇਣ ਦਾ ਵੀ ਹੋਰ ਖੁਰਾਕ ਦੇਣ ਦਾ ਪ੍ਰਬੰਧ ਕੀਤਾ। ਇਹਨਾਂ ਨੇ ਦੁਸਹਿਰੇ ਦੇ ਮੇਲੇ 'ਤੇ ਸੰਗਰੂਰ ਵਿਖੇ ਲਾਲਾ ਰਾਜ ਪਹਿਲਵਾਨ ਨੂੰ ਅਤੇ ਮੂਸਾ ਪਹਿਲਵਾਨ ਨੂੰ ਢਾਹਿਆ, ਜੋ ਕਿ ਬਹੁਤ ਤਾਕਤਵਰ ਪਹਿਲਵਾਨ ਸੀਗੇ। ਫਿਰ ਰਾਮਪੁਰਾ ਫੂਲ ਵਿਖੇ ਡੰਗਰਾਂ ਦੀ ਮੰਡੀ 'ਤੇ ਪਹਿਲਵਾਨ ਕੀਚਰ ਨੂੰ ਢਾਹਿਆ। ਫਿਰ ਵਜ਼ੀਰ ਗੁਰਦਿੱਤ ਸਿੰਘ ਨੇ ਇਹਨਾਂ ਨੂੰ ਹੋਰ ਟ੍ਰੇਨਿੰਗ ਦੇਣ ਲਈ ਗਾਮੇ ਦੇ ਅਖਾੜੇ ਵਿੱਚ ਪਟਿਆਲੇ ਲੈ ਗਏ ਜੀ। ਇੱਕ ਵਾਰ ਫਿਰ ਦੁਬਾਰਾ ਕੁੜੀ ਦੇ ਮੇਲੇ ਦੇ ਕੁਸ਼ਤੀ ਹੋਈ ਪਹਿਲਵਾਨ ਸੋਹਣ ਸਿੰਘ ਨਾਲ, ਜੋ ਕਿ ਬਹੁਤ ਚੋਟੀ ਦਾ ਪਹਿਲਵਾਨ ਸੀ। ਉਸ ਦਾ ਪਿੰਡ ਅੰਮ੍ਰਿਤਸਰ ਲਾਗੇ ਫਤਿਹਪੁਰ ਰਾਜਪੂਤਾਂ, ਆਮ ਤੌਰ 'ਤੇ ਉਹਨੂੰ ਸੋਹਣੀ ਨਿਜ਼ਾਮਪੁਰੀਆ ਕਹਿੰਦੇ ਸੀਗੇ। ਉਸ ਨੂੰ ਇਹਨਾਂ ਨੇ ਦੱਬ ਕੇ ਰੱਖਿਆ, ਪਾਰਟੀ ਦੇਣ ਲੱਗੇ, ਆਪ ਵੀ ਸਲਿੱਪ ਹੋ ਗਏ ਤਾਂ ਜਿੱਤ ਹਾਰ ਤੋਂ ਬਗੈਰ ਉਹ ਕੁਸ਼ਤੀ ਪਬਲਿਕ ਨੇ ਛੁਡਾਤੀ। ਉਸ ਤੋਂ ਬਾਅਦ ਇਹਨਾਂ ਨੂੰ ਉਹ ਪਹਿਲਵਾਨ ਸੋਹਣ ਸਿੰਘ ਨੂੰ ਇਹਨਾਂ ਨੇ ਲਖਨਊ ਵਿਖੇ 1929-30 ਦੇ ਵਿੱਚ ਜਾ ਕੇ ਘੇਰ ਕੇ, ਮਤਲਬ ਬਹੁਤ ਵੱਡੀ ਇਹਨਾਂ ਦੀ ਸਭ ਤੋਂ ਵੱਡੀ ਕੁਸ਼ਤੀ ਹੋਈ ਅਤੇ ਉਹਨੂੰ ਉੱਥੇ ਢਾਹਿਆ। ਫਿਰ ਗਾਮੇ ਦੇ ਅਖਾੜੇ ਵਿੱਚ ਇਹ ਜ਼ੋਰ ਕਰਦੇ ਰਹੇ। ਉੱਥੇ ਇੱਕ ਦਿਨ ਰਾਜਾ ਭੁਪਿੰਦਰ ਸਿੰਘ ਸ਼ਾਮ ਨੂੰ ਫਿਰਦਾ ਫਿਰਦਾ ਅਖਾੜੇ ਵਿੱਚ ਆਇਆ। ਇਹਨਾਂ ਨੂੰ ਜ਼ੋਰ ਕਰਦੇ ਦੇਖਿਆ ਹਮੀਦਾ ਪਹਿਲਵਾਨ ਨਾਲ, ਅਤੇ ਉਹਨਾਂ ਦੀ ਕੁਸ਼ਤੀ ਹਮੀਦਾ ਪਹਿਲਵਾਨ ਨਾਲ ਕਰਾਉਣੀ ਚਾਹੀ। ਕੁਸ਼ਤੀ ਦੂਜੇ ਦਿਨ ਰੱਖੀ ਗਈ, ਪਰੰਤੂ ਗਾਮਾ ਪਹਿਲਵਾਨ ਜੀ ਨੇ ਕੁਸ਼ਤੀ ਹਮੀਦੇ ਨਾਲ ਕਰਾਉਣ ਦੀ ਬਜਾਏ ਪਹਿਲਵਾਨ ਗੌਂਸੇ ਨਾਲ ਫਿਕਸ ਕਰ ਦਿੱਤੀ। ਦੂਜੇ ਦਿਨ 4 ਵਜੇ ਕੁਸ਼ਤੀ ਹੋਈ ਤਾਂ ਗੌਂਸੇ ਪਹਿਲਵਾਨ ਨੂੰ ਇਹਨਾਂ ਨੇ 1-2 ਮਿੰਟ ਵਿੱਚ ਹੀ ਧੌਲਾ ਮਾਰ ਕੇ
ਢਾਹ ਲਿਆ ਜੀ ਤੇ ਉਹ ਜਦੋਂ ਪਹਿਲੀ ਵਾਰੀ ਢਾਹਿਆ ਉਹਨਾਂ ਨੂੰ ਰਾਜੇ ਨੂੰ ਬਹੁਤਾ ਦੇਖਣ ਦਾ ਮੌਕਾ ਨਾ ਮਿਲਿਆ। ਇੱਧਰ ਤੋਂ ਗੱਲਬਾਤ ਕਰਦੇ ਹੋਣੇ ਆ, ਉਹਨੇ ਕਿਹਾ ਮੈਂ ਤਾਂ ਵੇਖਿਆ ਹੀ ਨਹੀਂ। ਦੁਬਾਰਾ ਕੁਸ਼ਤੀ ਹੋਈ, ਫਿਰ ਢਾਹ ਲਿਆ। ਫਿਰ ਰਾਜੇ ਨੇ ਇਹਨਾਂ ਨੂੰ ਮੌਕੇ ਤੇ ਕਾਂਠਾ ਦਿੱਤਾ, ਹੋਰ ਨਾਮ ਦਿੱਤੇ, ਜੀ ਗੌਂਸੇ ਭਲਵਾਨ ਨੂੰ ਵੀ ਇਨਾਮ ਦਿੱਤੇ। ਜੀ ਉੱਥੇ ਇਹਨਾਂ ਨੇ ਫਿਰ ਕਿਹਾ ਕਿ ਮੈਂ ਹਮੀਦਾ ਪਹਿਲਵਾਨ ਨਾਲ ਕੁਸ਼ਤੀ ਕਰਨੀ ਚਾਹੁੰਦਾ, ਪਰੰਤੂ ਗਾਮਾ ਪਹਿਲਵਾਨ ਟਾਲ ਗਏ। ਜੀ ਫਿਰ ਉੱਥੋਂ ਵਜ਼ੀਰ ਗੁਰਦਿੱਤ ਸਿੰਘ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਹੁਣ ਤੂੰ ਇਹਨਾਂ ਦੇ ਅਖਾੜੇ ਦੇ ਵਿੱਚ ਜ਼ੋਰ ਕਰਨਾ ਛੱਡ ਦੇ, ਕਿਉਂਕਿ ਤੇਰੇ ਤੋਂ ਇਹ ਘਬਰਾਉਂਦੇ ਨੇ, ਤੇਰਾ ਨੁਕਸਾਨ ਨਾ ਕਰਨ। ਜੀ ਫਿਰ ਇੱਥੋਂ ਇਹ ਪੰਜਾਬ ਤੋਂ ਬਾਹਰ ਪਹਿਲੀ ਵਾਰ ਦਿੱਲੀ ਗਏ। ਹੂੰ। ਦਿੱਲੀ ਜਾ ਕੇ ਇਹਨਾਂ ਨੇ ਕੁਸ਼ਤੀਆਂ ਲੜੀਆਂ, ਸਾਰੇ ਪਹਿਲਵਾਨ ਦਿੱਲੀ ਦੇ ਢਾਹ ਲਏ। ਜੀ ਉੱਥੇ ਇੱਕ ਲਾਲਾ ਸੀਗਾ, ਮੈਨੂੰ ਆਪ ਦੱਸਦੇ ਸੀ ਪਿਤਾ ਜੀ, ਉਹਦੇ ਔਲਾਦ ਨਹੀਂ ਸੀ। ਉਹਨੇ ਉਹਨੂੰ ਬਹੁਤ ਜ਼ੋਰ ਲਾਇਆ ਵੀ ਮੈਂ ਤੈਨੂੰ ਆਪਣੇ ਗੋਦ ਪਾਉਣਾ। ਇਹ ਕਹਿੰਦੇ ਨਹੀਂ, ਮੈਂ ਭਲਵਾਨੀ ਕਰਨੀ ਆ, ਮੈਂ ਇੱਥੇ ਰੁਕਣਾ ਨਹੀਂ। ਜੀ ਉੱਥੋਂ ਉਹਨੂੰ ਜਵਾਬ ਦੇ ਕੇ ਚਲੇ ਗਏ। ਉਸ ਤੋਂ ਬਾਅਦ ਮਥੁਰਾ ਚਲੇ ਗਏ। ਮਥੁਰਾ ਦੇ ਪਹਿਲਵਾਨ ਚੋਗੇ ਸੀਗੇ, ਜੀ ਸਾਰੇ ਤਕੜੇ, ਉਹ ਵੀ ਸਾਰੇ ਢਾਹੇ। ਮਥੁਰਾ ਦੇ ਵਿੱਚ ਆਮ ਕਹਾਵਤ ਬਣ ਗਈ, ਇਹਨਾਂ ਦਾ ਰੰਗ ਥੋੜਾ ਪੱਕਾ ਸੀ ਕਿ ਕਾਹਨ ਨੇ ਜਨਮ ਲੈ ਲਿਆ ਮਥੁਰਾ 'ਚ, ਕਾਹਨ ਅਵਤਾਰ ਆਇਆ ਕਿ ਜਿਹਨੇ ਕੋਈ ਬਹੁਤ ਸ਼ਕਤੀਸ਼ਾਲੀ ਹੈ, ਤਕੜਾ ਹੈਗਾ। ਜੀ ਉੱਥੋਂ ਫਿਰ ਅੱਗੇ ਇੰਦੌਰ ਚਲੇ ਗਏ, ਮਹਾਰਾਸ਼ਟਰ ਹੁੰਦੇ ਹੋਏ ਫਿਰ ਤਰਭੰਗੇ ਪਹੁੰਚ ਗਏ। ਤਰਭੰਗੇ ਜਾ ਕੇ ਪਹਿਲਾਂ ਇੱਕ ਅਖਾੜਾ ਸੀ ਪਹਿਲਵਾਨਾਂ ਦਾ, ਤੇ ਉੱਥੇ ਇਹਨਾਂ ਨੇ ਵਾਰ-ਵਾਰ ਕਰਕੇ 2-3 ਹਫ਼ਤਿਆਂ 'ਚ ਸਾਰੇ ਪਹਿਲਵਾਨ ਢਾਹੇ। ਤੇ ਜਿਹੜਾ ਇੱਥੇ ਸ਼ਕਤੀਸ਼ਾਲੀ ਪਹਿਲਵਾਨ ਸੀ ਚਾਂਦ ਖਾਨ, ਉਹਦੇ ਨਾਲ ਇਹਦੀ ਕੁਸ਼ਤੀ ਬਰਾਬਰ ਰਹੀ। ਜੀ ਰਾਜੇ ਨੇ ਇਹਨਾਂ ਦੀ ਵਰਜਿਸ਼ ਦੇਖ ਕੇ, ਇਹਨੇ ਤਾਕਤ ਦੇਖ ਕੇ ਇਹਨਾਂ ਨੂੰ ਆਪਣੇ ਕੋਲੇ ਰੱਖਣ ਲਈ ਇਹਨਾਂ ਨੂੰ ਕਿਹਾ ਵੀ ਐਜ ਏ ਸਪੋਰਟਸ ਪਰਸਨ ਮੈਂ ਇਹਨਾਂ ਨੂੰ ਐਜ ਏ ਮੁਲਾਜ਼ਮ ਰਹੋ ਮੇਰੇ ਕੋਲੇ। ਇਹ ਮੰਨ ਗਏ। ਉੱਥੇ 2 ਅਖਾੜੇ ਹੋ ਗਏ, ਇੱਕ ਚਾਂਦ ਖਾਨ ਦਾ ਅਖਾੜਾ ਹੋ ਗਿਆ, ਇੱਕ ਇਹਨਾਂ ਦਾ ਅਖਾੜਾ ਹੋ ਗਿਆ। ਤੇ ਉੱਥੇ ਕੁਸ਼ਤੀਆਂ ਲੜਦੇ ਰਹੇ। 10-11 ਕੁਸ਼ਤੀਆਂ ਚਾਂਦ ਖਾਨ ਨਾਲ ਹੋਈਆਂ, ਬਰਾਬਰ ਹੋਈਆਂ। ਉਸ ਤੋਂ ਬਾਅਦ ਇਹ 1934 ਵਿੱਚ ਇੱਕ ਵਾਰੀ ਫਰੀਦਕੋਟ ਆਏ। ਫਰੀਦਕੋਟ ਰਾਜੇ ਨੇ ਕੁਸ਼ਤੀਆਂ ਕਰਾਈਆਂ, ਸਾਰੇ ਪਹਿਲਵਾਨ ਢਾਹ ਲਏ। ਉਸ ਦਾ ਵਜ਼ੀਰ ਸੀ ਫਤਿਹ ਸਿੰਘ, ਤੇ ਉਹਨੇ ਕਿਹਾ ਮੈਂ ਇੱਕ ਤਕੜਾ ਪਹਿਲਵਾਨ ਲਿਆਉਣਾ, ਉਹਦੇ ਨਾਲ ਕੁਸ਼ਤੀ ਲੜੋ। ਉਹ ਫਿਰ ਮੰਗਲ ਸਿੰਘ ਤਰਗਾ, ਜੋ ਕਿ 7.25 ਫੁੱਟ ਲੰਮਾ ਸੀਗਾ, ਉਹਨੂੰ ਲੈ ਕੇ ਆਇਆ। ਦੂਜੇ ਦਿਨ ਕੁਸ਼ਤੀ ਹੋਈ। ਇਹ ਲੜਨ ਦੇ ਬੜੇ ਜੀਦਾਰ ਸੀਗੇ। ਪਹਿਲਾਂ ਉਹਨੇ ਇਹਨਾਂ ਦੇ ਧੌਲਾਂ ਮਾਰੀਆਂ, ਤੇ ਇਹ ਵੀ ਮਤਲਬ ਫਿਰ ਇਹਨਾਂ ਨੇ ਉਹਦੇ ਧੌਲਾਂ ਜੋ ਮਾਰੀਆਂ, ਉਹਨੂੰ ਮੌਕਾ ਮਿਲਿਆ ਤਾਂ ਉਹ ਇੱਕਦਮ ਫੁੜਕ ਗਿਆ, ਬੇਹੋਸ਼ ਹੋ ਗਿਆ, ਗਿਰ ਗਿਆ। ਤੇ ਉਹਦੀ ਛਾਤੀ ਦੇ ਬਹਿ ਕੇ ਫੋਟੋ ਲਹਾਈ, ਫਿਰ ਉਹਨੂੰ ਚੱਕ ਕੇ ਪੱਟਾਂ 'ਚ ਪਾ ਕੇ ਫੋਟੋ ਲਹਾਈ। ਇਹ ਦੱਸਦੇ ਹੁੰਦੇ ਸੀ ਵੀ ਇਦਾਂ ਬੱਚਾ ਨਹੀਂ ਫੋਟੋ ਲਹਾਉਂਦਾ, ਉਹ ਇੰਨਾ ਡਰ ਗਿਆ, ਸਹਿਮ ਗਿਆ। ਤੇ ਫਿਰ ਰਾਜਾ ਫਰੀਦਕੋਟ ਨੇ ਵੀ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਤੁਸੀਂ ਨੌਕਰ ਹੋ ਜਾਓ। ਇਹ ਕਹਿੰਦੇ ਜੀ ਮੈਂ ਰਾਜਾ ਤਰਭੰਗੇ ਦਾ ਪਹਿਲਵਾਨ ਆ, ਜੇ ਮੈਂ ਤੇਰੇ ਕੋਲ ਇੱਥੇ ਨੌਕਰ ਹੋ ਗਿਆ, ਉਹ ਸੋਚੂਗਾ ਵੀ ਲਾਲਚ ਦਾ ਮਾਰ ਹੋ ਗਿਆ, ਮੈਂ ਉੱਥੇ ਹੀ ਰਹੂੰਗਾ। ਫਿਰ ਵਾਪਸ ਉੱਥੇ ਚਲੇ ਗਏ। ਫਿਰ 1937 ਦੇ ਵਿੱਚ ਜਰਮਨ ਤੋਂ ਇੱਕ ਕਰੈਮਰ ਪਹਿਲਵਾਨ ਆਇਆ। ਕਰੈਮਰ ਪਹਿਲਵਾਨ ਨੇ ਗੂੰਗੇ ਪਹਿਲਵਾਨ ਨੂੰ 5 ਸਕਿੰਟ 'ਚ ਢਾਹ ਲਿਆ ਸੀ। ਫਿਰ ਉਸਨੇ ਤਰਭੰਗੇ, ਇਹ ਲਾਹੌਰ ਕੁਸ਼ਤੀ ਹੋਈ ਗੂੰਗੇ ਦੀ, ਉੱਥੋਂ ਉਹਨੇ ਟੈਲੀਗ੍ਰਾਮ ਦਿੱਤੀ ਮਹਾਰਾਜ ਤਰਭੰਗੇ ਨੂੰ ਵੀ ਮੈਂ ਤਰਭੰਗੇ ਆ ਰਿਹਾ ਵੀ ਤੇਰਾ ਪਹਿਲਵਾਨ ਹੈ ਪੂਰਨ ਸਿੰਘ, ਮੈਂ ਕੁਸ਼ਤੀ ਲੜੂੰ, ਚਾਂਦ ਖਾਨ ਨਾਲ ਕੁਸ਼ਤੀ ਲੜੂੰ। ਵੀ ਜੇ ਤਾਂ ਘੋੜਿਆਂ 'ਚ ਚੜਾਉਣ ਨੂੰ ਰੱਖਿਆ ਵੱਖਰੀ ਗੱਲ ਆ, ਨਹੀਂ ਮੇਰੇ ਨਾਲ ਕੁਸ਼ਤੀ ਲੜਨ। ਤੇ ਫਿਰ ਉਹ ਉਹਨੂੰ ਉਹਦਾ ਜਿਹੜਾ ਚੈਲੰਜ ਸੀ ਉਹ ਸਵੀਕਾਰ ਹੋ ਗਿਆ। ਉਹ ਤਰਭੰਗੇ ਪਹੁੰਚ ਗਿਆ। ਕੁਸ਼ਤੀ ਉੱਥੇ ਰੱਖਤੀ 2 ਹਫ਼ਤੇ ਦੀ। ਉਹਦਾ ਇੱਕ ਦਾਅ ਸੀਗਾ ਕਿ ਉਹ ਬਾਹਾਂ ਉੱਪਰ ਚੁੱਕ ਕੇ, ਦੂਜਾ ਭਲਵਾਨ ਜਦੋਂ ਜੱਫਾ ਮਾਰਦਾ ਸੀ ਤਾਂ ਉਹ ਢਾਕ ਮਾਰਦਾ ਸੀ, ਬਾਹਾਂ ਨਾਲ ਘੁੱਟ ਕੇ, ਤੇ ਉਹਨੂੰ ਢਾਕ ਮਾਰ ਕੇ ਢਾਹ ਦਿੰਦਾ ਸੀ। ਤੇ ਉਹ ਇੰਨਾ ਸ਼ਕਤੀਸ਼ਾਲੀ ਸੀਗਾ ਕਿ ਉਹ ਬ੍ਰਿਜ ਬਣਾ ਕੇ, ਫਰਤੀਲਾ ਸੀ, ਜ਼ਿਆਦਾ ਭਾਰੀ ਨਹੀਂ ਸੀਗਾ ਵਜਨ ਦੇ ਵਿੱਚ, ਤੇ ਉਹ ਬ੍ਰਿਜ ਬਣਾ ਕੇ ਇੱਕ ਜਵਾਨ ਨੂੰ ਗੋਡਿਆਂ 'ਤੇ ਖੜਾ ਕੇ, ਇੱਕ ਨੂੰ ਲੱਕ 'ਤੇ ਖੜਾ ਕੇ, ਤੇ ਇੱਕ ਨੂੰ ਮੋਢਿਆਂ 'ਤੇ ਖੜਾ ਕੇ ਐ ਉਹਨੂੰ ਝਟਕਾ ਦੇ ਕੇ ਤਿੰਨਾਂ ਨੂੰ ਪਰੇ ਸੁੱਟ ਦਿੰਦਾ ਸੀ। ਇੰਨਾ ਤਕੜਾ ਸੀ। ਫਿਰ ਜਦੋਂ ਉਹਦੇ ਨਾਲ ਕੁਸ਼ਤੀ ਹੋਈ ਇਹਨਾਂ ਦੀ, ਤੇ ਉਹਨੇ ਬਥੇਰੀਆਂ ਬਾਹਾਂ ਚੁੱਕੀਆਂ ਵੀ ਮੈਨੂੰ ਜੱਫਾ ਮਾਰੂਗਾ। ਇਹਨਾਂ ਨੇ ਹੌਲੀ ਹੌਲੀ ਉਹਦੇ ਇੱਕ ਲੰਗੋਟੇ 'ਚ ਹੱਥ ਪਾ ਲਿਆ, ਇੱਕ ਗਰਦਨ 'ਤੇ ਹੱਥ ਰੱਖ ਲਿਆ, ਉਹਨੂੰ ਘੜੀਸ ਕੇ ਧੱਕੇ ਮਾਰ ਕੇ ਉਹਨੂੰ ਸੁੱਟ ਲਿਆ। ਸੁੱਟ ਕੇ ਥੱਲੇ ਹੋ ਗਿਆ ਉੱਪਰ, ਇਹਨਾਂ ਦਾ ਵਜਨ ਜ਼ਿਆਦਾ ਸੀ ਉਹਦੇ ਨਾਲੋਂ। ਫਿਰ ਉਹਨੇ ਵਿਚਕਾਰ ਪਾਣੀ ਮੰਗਿਆ। ਉੱਥੇ ਪਾਣੀ ਦੀ ਇਜਾਜ਼ਤ ਨਹੀਂ ਸੀ, ਜਿਹੜੀ ਆਰ ਪਾਰ ਕੁਸ਼ਤੀ ਸੀ ਉਹ ਜਾਂ ਹਾਰੀ ਮੰਨ ਲਓ ਜਾਂ ਢਹਿ ਜਾਓ, ਪਾਣੀ ਨਹੀਂ ਮਿਲਦਾ ਸੀ। ਉਹਨੂੰ ਪਾਣੀ ਪੀਣ ਤੋਂ ਇਨਕਾਰੀ ਹੋ ਗਈ।
ਤੇ ਫਿਰ ਉਹ 29.5 ਮਿੰਟ ਤੇ ਉਹਨੇ ਹਾਰ ਹੀ ਮੰਨ ਲਈ। ਜੀ ਤਾਂ ਉਸ ਦਿਨ ਫਿਰ ਸਾਰੇ ਮਤਲਬ ਟੈਲੀਗ੍ਰਾਮਾਂ ਹੋ ਗਈਆਂ, ਜੋ ਵੀ ਮੀਡੀਆ ਸੀਗਾ ਸਾਰੇ ਸੰਸਾਰ ਤੇ ਗਿਆ ਵੀ ਧਰਭੰਗੇ ਦੇ ਪਹਿਲਵਾਨ ਨੇ ਪੂਰਨ ਸਿੰਘ ਨੇ ਕ੍ਰੈਮਲਿਨ ਨੂੰ ਢਾਹ ਲਿਆ। ਜੀ ਦੂਜੇ ਦਿਨ ਸ਼ਾਮ ਨੂੰ ਰਾਜੇ ਨੇ ਖਾਣਾ ਰੱਖਿਆ। ਇਹ ਇਹਨਾਂ ਦਾ ਸੁਭਾਅ ਸੀ ਇਸ ਪੂਰਨ ਸਿੰਘ ਦਾ ਕਿ ਇਹ ਕਿਸੇ ਕੋਲੋਂ ਮੰਗ ਕੇ ਨਹੀਂ ਪੈਸਾ ਲੈਂਦੇ ਸੀ, ਨਾ ਉਹਦੇ ਕੋਲੋਂ ਮੰਗਿਆ ਸੀ ਕਦੀ। ਜੀ ਉਹਨੇ ਕਈ ਵਾਰੀ ਆਫਰਾਂ ਕੀਤੀਆਂ ਸੀਆਂ ਵੀ ਤੂੰ ਆਪਣਾ ਜਿੰਨੇ ਤੇਰੇ ਰਿਸ਼ਤੇਦਾਰ, ਜਿੰਨੇ ਪਿੰਡ ਦੇ ਦੋਸਤ ਸਾਰੇ ਤੂੰ ਸ਼ਿਫਟ ਕਰ ਜਾ ਉਰੇ, ਮੈਂ ਤੈਨੂੰ 4-4 ਗੁਣਾ ਪ੍ਰਾਪਰਟੀ ਦੇ ਦੂੰ। ਇਹ ਕਹਿੰਦੇ ਨਹੀਂ, ਰਹਾਂਗੇ ਅਸੀਂ ਆਪਣੇ ਦੇਸ਼ ਹੀ, ਇੱਥੇ ਨਹੀਂ ਆਉਣਾ। ਦੂਜੇ ਦਿਨ ਸ਼ਾਮ ਨੂੰ ਜਦੋਂ ਖਾਣਾ ਰੱਖਿਆ ਤੇ ਇਹਨਾਂ ਨੂੰ ਕਹਿਣ ਲੱਗੇ ਪਹਿਲਵਾਨ ਤੇਰੇ ਕਰਕੇ ਮੇਰਾ ਅੱਜ ਦੁਨੀਆ 'ਚ ਨਾਂ ਰੋਸ਼ਨ ਹੋਇਆ ਪੂਰਨ ਸਿੰਘ, ਤੂੰ ਮੰਗ। ਇਹ ਕਹਿੰਦੇ ਵੀ ਸਰਕਾਰ ਉਹਨੂੰ ਥੋੜ੍ਹਾ ਪੈਗ ਲਾਇਆ ਸੀ ਵੀ ਤੁਸੀਂ ਸ਼ਰਾਬੀ ਹੋ ਗਏ, ਪਰ ਫੇਰ ਗੱਲ ਕਰਾਂਗੇ। ਉਹਦੀ ਜਿੱਦ ਕਰਨ ਤੇ ਇਹ ਕਹਿੰਦੇ ਨਹੀਂ ਮੰਗਣਾ। ਫਿਰ ਉਹਨੇ ਇੱਕ ਸੋਨੇ ਦਾ ਬਲਾਕ ਮੰਗਾ ਲਿਆ। ਇਹ ਨਹੀਂ ਪਤਾ ਉਹ ਕਿੱਡਾ ਭਾਰੀ ਸੀ ਜਾਂ ਕਿੱਡਾ ਸੀ। ਉਦੋਂ ਪੇਪਰ ਲਾ ਕੇ ਕਹਿੰਦੇ ਮੈਂ ਕਹਿੰਦਾ ਤੂੰ ਮੰਗ। ਉਹਨੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਸਰਕਾਰ ਅਸੀਂ ਤਾਂ ਵਰਜਿਸ਼ ਕਰਦੇ ਹਾਂ, ਖੂਨ ਪਸੀਨੇ ਦੀ ਕਮਾਈ ਆ, ਮੰਗਦੇ ਦਾ ਸਾਧ ਹੁੰਦੇ ਆ। ਪਹਿਲਾਂ ਤੁਸੀਂ ਮੈਨੂੰ ਇਨਾਮ ਦਿੱਤੇ ਮੌਕੇ ਤੇ, ਤੁਸੀਂ ਮੇਰੀ ਕਰਾਮਾਤ ਦੇਖੋ, ਮੈਨੂੰ ਮੰਗਣ ਨੂੰ ਕਿਉਂ ਕਹਿੰਦੇ ਹੋ? ਫਿਰ ਰਾਜੇ ਨੇ ਕਿਹਾ ਪੂਰਨ ਸਿੰਘ ਤੂੰ ਹੱਦ ਕਰ ਦਿੱਤੀ, ਮੈਂ ਇੱਦਾਂ ਮਤਲਬ ਤਿਆਗ ਵਾਲਾ ਬੰਦਾ ਨਹੀਂ ਦੇਖਿਆ। ਫਿਰ ਉਹਨੇ ਵਜ਼ੀਰ ਨੂੰ ਕਹਿ ਕੇ 2 ਪੱਗਾਂ ਮੰਗਵਾਈਆਂ। ਰਜਿਸਟਰ ਦੇ ਵਿੱਚੋਂ ਐਜ ਏ ਮੁਲਾਜ਼ਮ ਉਹਨਾਂ ਦਾ ਨਾਂ ਕੱਟਤਾ ਤੇ ਆਪਣਾ ਪੱਗ ਬਟਾਈ ਤੇ ਪੱਗ ਬੱਟ ਭਰਾ ਬਣਾਇਆ। ਜੀ ਉਸ ਰਾਜੇ ਨੇ, ਧਰਭੰਗੇ ਵਾਲੇ ਰਾਜੇ, ਕੁਮਰ ਸਾਹਿਬ ਨਾਂ ਸੀ ਉਹਨਾਂ ਦਾ, ਪੰਡਤ ਰਾਜਾ ਸੀ, ਬਹੁਤ ਅਮੀਰ ਰਾਜਾ ਸੀਗਾ। ਉਹ ਵੀ ਹਾਰਸ ਪੋਲੋ ਦਾ ਚੈਂਪੀਅਨ ਸੀ, ਬਹੁਤ ਤਕੜਾ ਪ੍ਰੇਮੀ ਸੀ ਸਪੋਰਟਸ ਦਾ। ਉਸ ਤੋਂ ਬਾਅਦ ਉਹਨਾਂ ਐਜ ਏ ਉੱਥੇ ਬਰਾਦਰ ਰਹੇ ਤੇ ਇਹਨਾਂ ਨੂੰ ਸਾਰੀ ਉਮਰ ਇਹੀ ਮਾਣ ਸੀ, ਉਰਿਆ ਗੱਲਾਂ ਕਰਦੇ ਵੀ ਕਿ ਜੱਟ ਦਾ ਪੁੱਤ ਰਾਜਾ ਕਹਿ ਕੇ ਪੱਗ ਬਟਾਵੇ, ਵੀ ਕੋਈ ਛੋਟੀ ਗੱਲ ਆ, ਇਸ ਤੋਂ ਵੱਡਾ ਨਾਮ ਹੋਰ ਕੀ ਹੋ ਸਕਦਾ ਜੀ। ਬਿਲਕੁਲ ਜੀ ਬਿਲਕੁਲ। ਫਿਰ ਕਿੰਨੇ ਸਾਲ ਰਹੇ ਉੱਥੇ? ਇਹ 1932 ਤੋਂ ਲੈ ਕੇ 1957 ਸਾਲ ਰਹੇ। 1957 ਚੋਂ ਰਾਜੇ ਦੀ ਡੈਥ ਹੋ ਗਈ, ਫਿਰ ਆ ਗਏ ਸੀ। ਤੇ ਤੁਹਾਨੂੰ ਮੌਕਾ ਮਿਲਿਆ ਕਦੇ ਧਰਭੰਗੇ ਜਾਣ ਦਾ? ਤੁਸੀਂ ਗਏ? ਮੈਂ ਗਿਆ ਸੀ ਜੀ, 6-7 ਸਾਲ ਦਾ ਹੂੰ। ਥੋੜਾ ਜਿਹਾ ਮੈਨੂੰ ਉਹਦਾ ਮਤਲਬ ਥੋੜੀ ਯਾਦ ਹੈ, ਜ਼ਿਆਦਾ ਨਹੀਂ ਜੀ। ਤੇ ਜਿਹੜਾ ਰੁਸਤਮੇ ਹਿੰਦ ਪਹਿਲਵਾਨ ਦਾ ਜਿਹੜਾ ਕਿਤਾਬ ਸੀ, ਇਹ ਕਿੱਥੇ ਮਿਲਿਆ ਸੀ, ਕਦੋਂ ਮਿਲਿਆ ਸੀ? ਇਹਦੇ ਬਾਰੇ ਮੈਨੂੰ ਯਾਦ ਨਹੀਂ। ਇਹਨਾਂ ਨੂੰ ਇੱਕ ਜਿਹੜਾ ਜਦੋਂ ਨੇ ਫਰੀਦਕੋਟ ਕੁਸ਼ਤੀਆਂ ਢਾਈਆਂ, ਮੰਗਲ ਤਰਗੇ ਨੂੰ ਢਾਹਿਆ, ਉਦੋਂ ਇਹਨਾਂ ਨੂੰ ਸਰਬ ਸ਼ਕਤੀਮਾਨ ਦਾ ਖਿਤਾਬ ਮਿਲਿਆ ਸੀ। ਸਰਬ ਸ਼ਕਤੀਮਾਨ ਪਹਿਲਵਾਨ ਦਾ ਖਿਤਾਬ ਮਿਲਿਆ ਸੀ ਜੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਚਾਂਦ ਖਾਨ ਨਾਲ ਜਿਹੜੀ ਆਖਰੀ ਕੁਸ਼ਤੀ ਹੁੰਦੀ ਹੈ, ਉਦੋਂ ਰਾਜੇ ਨੇ ਚਾਂਦ ਖਾਨ ਦਾ ਫਾਦਰ ਸੀਗਾ ਯੂਸਫ ਖਾਨ, ਉਹਨੂੰ ਪਿੰਜਣੀ ਵਾਲਾ ਯੂਸਫ ਕਹਿੰਦੇ ਸੀ। ਉਹਦੀ ਪਿੰਜਣੀ ਆਮ ਭਲਵਾਨ ਦੇ ਪੱਟਾਂ ਵਰਗੀ ਸੀ, ਇੰਨਾ ਤਕੜਾ ਸੀ ਉਹ। ਤੇ ਕ੍ਰੈਮਲਿਨ ਨੂੰ ਢਾਉਣ ਤੋਂ ਬਾਅਦ ਆਖਰੀ ਕੁਸ਼ਤੀ ਥੋੜ੍ਹੇ ਸਮੇਂ ਬਾਅਦ ਚਾਂਦ ਖਾਨ ਨਾਲ ਫਿਕਸ ਹੁੰਦੀ ਹੈ। ਤਾਂ ਚਾਂਦ ਖਾਨ ਦੇ ਪਿਤਾ ਨੂੰ ਰਾਜਾ ਕਹਿੰਦਾ ਵੀ ਕਿੰਨਾ ਟਾਈਮ ਦੇਈਏ, ਬਹੁਤ ਕੁਸ਼ਤੀਆਂ ਹੋ ਗਈਆਂ ਨਾ, ਕਿੰਨਾ ਟਾਈਮ ਦੇਈਏ। ਉਹ ਯੂਸਫ ਖਾਨ ਨੂੰ ਆਪਦੇ ਲੜਕੇ 'ਤੇ ਬਹੁਤ ਮਾਣ ਸੀ ਵੀ ਮੇਰਾ ਲੜਕਾ ਪੂਰਨ ਤਕੜਾ। ਉਹ ਕਹਿੰਦੀ ਟਾਈਮ ਤਾਂ ਬੁੜਿਆਂ ਵਾਸਤੇ ਹੁੰਦੇ ਆ, ਇਹਦਾ ਜਵਾਨ ਨੇ ਜਦੋਂ ਜਿਹਦਾ ਢਹਿ ਗਿਆ ਛਡਾ ਦਾਂਗੇ, ਉਹਨੂੰ ਚੱਲਣ ਦਿਓ। ਚੱਲਣ ਦਿਓ। ਤਾਂ ਜਦੋਂ ਕੁਸ਼ਤੀ ਸ਼ੁਰੂ ਹੋਈ, ਬਾਗ ਦੇ ਵਿੱਚ ਅਖਾੜਾ ਸੀਗਾ, ਤਾਂ ਚਾਂਦ ਖਾਨ ਭਲਵਾਨ ਵੀ ਇੰਨਾ ਤਕੜਾ ਸੀ, ਕਹਿੰਦੇ ਉਹ ਜਦੋਂ ਕੁਸ਼ਤੀ ਕਰਨ ਵੇਲੇ ਵਾਰਮ ਹੋ ਕੇ ਆਪਣਾ ਲੱਕ ਨੂੰ ਬਰੋੜਾ ਦਿੰਦਾ ਸੀ ਨਾ, ਇੱਦਾਂ ਖੜਕਾ ਆਉਂਦਾ ਸੀ ਜਿਵੇਂ ਕਿਤੇ ਦਰੱਖਤ ਦਾ ਡਾਹਣਾ ਟੁੱਟਦਾ, ਖੜ ਖੜ ਆਵਾਜ਼ ਆਉਂਦੀ ਜਿੰਨਾ ਸੀ। ਜਦੋਂ ਕੁਸ਼ਤੀ ਸ਼ੁਰੂ ਹੋ ਗਈ ਅਖਾੜੇ ਦੇ ਵਿੱਚ, 15 ਮਿੰਟ ਅਖਾੜੇ 'ਚ ਰਹੇ। ਉਹ ਥੋੜ੍ਹਾ ਅਖਾੜੇ 'ਚੋਂ ਬਾਹਰ ਭੱਜਦਾ ਰਿਹਾ, ਇਹ ਫੜ ਕੇ ਲਿਆਉਂਦੇ ਰਹੇ। ਅਖੀਰ ਨੂੰ ਅਖਾੜੇ 'ਚੋਂ ਬਾਹਰ ਨਿਕਲ ਗਏ। ਬਾਗ ਸੀਗਾ, ਦੱਸਦੇ ਵੀ 1 ਕਿਲੋਮੀਟਰ ਜਾਂ ਮੀਲ, ਅੱਧਾ ਮੀਲ ਤੱਕ ਘੁਲਦੇ ਘੁਲਦੇ ਚਲੇ ਗਏ। ਜਦੋਂ ਇੱਕ ਦੂਜੇ ਢੌਲ ਮਾਰਦੇ ਸੀਗੇ, ਟੱਕਰ ਮਾਰਦੇ ਸੀ, ਆਉਂਦਾ ਸੀ 2 ਝੋਟੇ ਭਿੜਦੇ ਆ। ਫਿਰ ਅੱਧੇ ਪੌਣੇ ਘੰਟੇ ਬਾਅਦ ਉਹ ਯੂਸਫ ਖਾਨ ਨੇ ਰਾਜੇ ਨੂੰ ਕਿਹਾ ਵੀ ਬਸ ਛਡਾ ਦਿਓ। ਰਾਜੇ ਨੂੰ ਵੀ ਗੁੱਸਾ ਸੀਗਾ, ਮੇਰੀ ਗੱਲ ਨਹੀਂ ਮੰਨੀ ਇਹਨੇ ਟਾਈਮ ਬਾਰੇ। ਤਾਂ ਉਹ ਕਹਿੰਦਾ ਵੀ ਜਾਂ ਤਾਂ ਹਾਰੀ ਮੰਨ ਲਓ ਜਾਂ ਢਹਿ ਜਾਓ। ਹੁਣ ਫਿਰ ਯੂਸਫ ਖਾਨ ਭਲਵਾਨ ਜਿਹੜਾ ਤੂੰ ਕਿਹਾ ਹੋਇਆ, ਹੁਣ ਤਾਂ ਜਿਹੜਾ ਢਹਿ ਜਾਓ ਉਹਦੇ ਛਡਾਵਾਂਗੇ। ਉਹ ਕਹਿੰਦਾ ਫਿਰ ਕੁਸ਼ਤੀ ਸ਼ੁਰੂ ਹੁੰਦੀ ਰਹੀ। ਫਿਰ 15 ਮਿੰਟ ਬਾਅਦ ਉਹਨੇ ਆ ਕੇ ਕਿਹਾ ਵੀ ਸਰਕਾਰ ਕੋਈ ਮਰ ਜੂਗਾ, ਸਾਡੀ ਤਾਂ ਰੋਟੀ ਇਹਦੇ ਸਿਰ 'ਤੇ ਹੈ, ਅਸੀਂ ਮਾਰੇ ਜਾਵਾਂਗੇ। ਉਹਨੇ ਰਾਜੇ ਨੇ ਫਿਰ ਮਨਾ ਕਰਤਾ। ਤੀਜੀ ਵਾਰੀ ਯੂਸਫ ਖਾਨ ਨੇ ਰਾਜੇ ਦੇ ਪੈਰ 'ਚ ਟੋਪੀ ਰੱਖੀ ਵੀ ਛਡਾ ਦਿਓ। ਉਹ ਰਾਜੇ ਨੇ ਫਿਰ ਮਨਾ ਕਰਤਾ ਵੀ ਜੇ ਕੋਈ ਮਰ ਗਿਆ ਚੱਕ ਕੇ ਫੂਕ ਦਿਆਂਗੇ, ਛਡਾਓ ਜਾਂ ਢਹਿ ਜਾਓ, ਹਾਰੀ ਮੰਨ ਲਓ। ਤਕਰੀਬਨ ਪੌਣੇ 2 ਘੰਟੇ ਕੁਸ਼ਤੀ ਚੱਲੀ ਇਹ, ਤੇ ਇਹਨਾਂ ਨੇ ਫਿਰ ਉਹਨੂੰ 2 ਘੰਟਿਆਂ ਬਾਅਦ ਢਾਹ ਲਿਆ, ਗੇਰ ਕੇ ਉਹਨੂੰ ਢਾਹ ਲਿਆ। ਢਾਹ ਕੇ ਇਹ ਉੱਠ ਕੇ ਆ ਗਏ। ਉਹ ਤਾਂ ਉੱਠੇ ਨਹੀਂ ਉੱਥੋਂ ਜਿੱਥੇ ਗਿਰ ਗਿਆ।
ਉਹਨੂੰ ਤਾਂ ਸਟਿਚ ਤੇ ਚੱਕ ਕੇ ਲੈ ਕੇ ਹਸਪਤਾਲ ਦਾਖਲ ਕਰਾਇਆ। ਇਹਨਾਂ ਨੂੰ ਇਹ ਜਦੋਂ ਆ ਗਏ ਆਪਣੇ ਕੈਂਪ 'ਚ ਆ ਗਏ ਰਾਤ ਨੂੰ, ਇਹਨਾਂ ਦੀ ਸਾਰੀ ਰਾਤ ਮਾਰਸ਼ ਹੁੰਦੀ ਰਹੀ, ਖੱਲੀਆਂ ਚੜ੍ਹਦੀਆਂ ਰਹੀਆਂ, ਇੰਨੇ ਜ਼ੋਰ ਲੱਗ ਗਏ ਸੀਗੇ। ਇਹ ਦੱਸਦੇ ਵੀ ਜੇ 10-15 ਮਿੰਟ ਹੋਰ ਕੁਸ਼ਤੀ ਚੱਲਦੀ ਦੋਨਾਂ 'ਚੋਂ ਇੱਕ ਮਰ ਜਾਣਾ ਸੀ। ਤੇ ਉਸ ਤੋਂ ਬਾਅਦ ਫਿਰ ਇਹ ਆਪਣਾ ਦੂਜੇ ਦਿਨ ਇਹਨੂੰ ਠੀਕ ਹੋਏ, ਮਾਰਸ਼ਾਂ ਹੁੰਦੀਆਂ ਰਹੀਆਂ। ਫਿਰ ਇਹਨਾਂ ਨੇ ਫਿਰ ਰਾਜੇ ਨੂੰ ਕਿਹਾ ਕੁਝ ਦਿਨਾਂ ਬਾਅਦ ਵੀ ਸਾਡਾ ਜਾਂ ਤਾਂ ਤੁਸੀਂ ਇਹਨੂੰ ਰੱਖ ਲਓ ਜਾਂ ਮੈਨੂੰ ਰੱਖ ਲਓ, ਵੀ ਹੁਣ ਸਾਨੂੰ ਦੋਨਾਂ ਨੂੰ ਤੁਸੀਂ ਇੰਨੀ ਵਾਰ ਲੜਾਓ ਨਾ। ਤੇ ਫਿਰ ਰਾਜੇ ਨੇ ਉਹ ਚਾਂਦ ਖਾਨ ਦੇ ਪਿਤਾ ਨੂੰ ਕਿਹਾ। ਫਿਰ ਚਾਂਦ ਖਾਨ ਨੇ ਇਹਨਾਂ ਨੂੰ ਪੱਗ ਦੇ ਕੇ ਇਹਨੂੰ ਗੁਰੂ ਮੰਨ ਲਿਆ ਤੇ ਅੱਗੇ ਤੋਂ ਕੁਸ਼ਤੀ ਲੜਨੀ, ਵੀ ਮੈਂ ਅੱਗੇ ਤੋਂ ਕੁਸ਼ਤੀ ਲੜੂੰਗਾ, ਮੇਰੇ ਗੁਰੂ ਅੱਗੇ ਤੋਂ। ਜੀ ਮਤਲਬ ਦੁਬਾਰਾ ਫਿਰ ਚਾਂਦ ਖਾਨ ਨਾਲ ਕੁਸ਼ਤੀ ਨਹੀਂ ਲੜੀ? ਦੁਬਾਰਾ ਨਹੀਂ ਹੋਈ, ਬਸ ਜੀ ਹਟਾ ਦੇਣਾ। ਜੀ ਅੱਛਾ, ਪ੍ਰੈਕਟਿਸ ਕਿੰਨਾ ਟਾਈਮ ਕਰਦੇ ਸੀ? ਉਹਨਾਂ ਦੀ ਮਿਹਨਤ ਹੈ ਜਿਹੜੀ ਅਖਾੜੇ ਦੀ, ਉਹ ਕਿੰਨਾ ਕੁ ਟਾਈਮ ਕਰਦੇ ਸੀ, ਕੀ ਕੁਝ ਕਰਦੇ ਸੀ, ਤੇ ਨਾਲ ਨਾਲ ਖੁਰਾਕ ਦਾ ਕਿਸ ਤਰ੍ਹਾਂ ਚੱਲਦਾ ਸੀ ਉਹਨਾਂ ਦਾ? ਉਹਨਾਂ ਦੀ ਮਿਹਨਤ ਸੀ ਜੀ, ਉਹ ਸਵੇਰੇ 2 ਵਜੇ ਉੱਠਦੇ ਸੀ। ਸਵੇਰੇ 2 ਵਜੇ ਉੱਠ ਕੇ ਉਹਨਾਂ ਨੇ ਆਪਣੀ ਦੌੜ ਲਾ ਕੇ ਆਉਣੀ, ਤਕਰੀਬਨ 5-6 ਮੀਲ ਦੀ ਆਉਣ ਜਾਣ। ਤੇ ਫਿਰ ਆ ਕੇ ਆਪਣੀਆਂ ਪੱਟਾਂ ਦੇ ਡੰਡ ਲਾਉਣੇ, ਬੈਠਕਾਂ ਲਾਉਣੀਆਂ ਤਕਰੀਬਨ 3000-3500 ਦੇ ਵਿੱਚ। ਫਿਰ ਆਪਣੀ ਉਹਨਾਂ ਨੇ 10-12 ਜਵਾਨਾਂ ਨਾਲ ਪਹਿਲਵਾਨਾਂ ਨਾਲ ਜ਼ੋਰ ਕਰਨੇ। ਉਸ ਤੋਂ ਬਾਅਦ ਮਾਲਸ਼ ਹੋਣੀ, ਮਾਲਸ਼ ਹੋਣ ਤੋਂ ਬਾਅਦ ਫਿਰ ਉਹਨੇ ਆਪਣੀ ਰੋਟੀ ਖਾਣੀ ਤੇ ਉਸ ਤੋਂ ਬਾਅਦ ਫਿਰ ਆਰਾਮ ਕਰਨਾ। ਸ਼ਾਮ ਨੂੰ ਫਿਰ 3 ਵਜੇ ਉੱਠਣਾ, ਫਿਰ ਉਹਨੇ ਬਾਹਾਂ ਦੇ ਡੰਡ ਲਾਉਣੇ, ਉਹ ਵੀ 3000-3500 ਡੰਡ ਲਾਉਂਦੇ ਸੀ। ਹੋਰ ਪਹਿਲਵਾਨ ਵੀ ਇੰਨੇ ਡੰਡ ਲਾਉਂਦੇ ਸੀ, ਪਰ ਇੱਕਦਮ ਲਾਉਂਦੇ ਸੀਗੇ। ਦੱਸਣ ਵਾਲੇ ਦੱਸਦੇ ਆ ਕਿ ਜਿੱਥੇ ਡੰਡ ਲਾਉਂਦਾ ਸੀ ਪਹਿਲਵਾਨ, ਉੱਥੇ ਪਸੀਨਾ ਰੇੜ ਬਣ ਕੇ ਚੱਲ ਪੈਂਦਾ, ਜਿਵੇਂ ਪਾਣੀ ਡੋਲਿਆ ਹੁੰਦਾ, ਪਾਣੀ ਦੀ ਬਾਲਟੀ ਡੋਲੀ ਹੁੰਦੀ ਹੈ, ਐਂ ਰੇੜ ਬਣ ਕੇ ਚੱਲ ਪੈਂਦਾ। ਤੇ ਇਹ ਵਰਜਿਸ਼ ਸੀ ਜੀ ਉਹਨਾਂ ਦੀ। ਜਿਹੜੀ ਖੁਰਾਕ ਸੀ ਉਹਨਾਂ ਦੀ, ਉਹ ਤਕਰੀਬਨ 10 ਟਾਂਕ, ਜਿਹੜਾ ਆਪਣਾ ਲੱਸੀ ਵਾਲਾ ਕੰਗਣੀ ਵਾਲਾ ਵੱਡਾ ਗਲਾਸ ਹੁੰਦਾ, ਉਹ ਘੀ ਪੀਂਦੇ ਸੀਗੇ। ਜਦੋਂ ਕਹਿੰਦੇ ਸੀ ਘੀ ਪੀਂਦੇ ਸੀਗੇ, ਦੇਖਦੇ ਨਹੀਂ ਸੀ ਅਸੀਂ, ਸਾਨੂੰ ਪਿੱਛੇ ਦੇ ਫੜਾ ਦਿੰਦਾ ਬੰਦਾ, ਅੱਖਾਂ ਮੀਟ ਕੇ ਪੀਂਦੇ, ਦੇਖਣਾ ਫੇਰ ਨਹੀਂ ਪੀ ਹੁੰਦਾ ਸੀ। ਨਾਲ ਦੀ ਨਾਲ ਜਿੰਨੀ ਕੁ ਰੋਟੀ ਖਾਣੀ ਖਾ ਲੈਂਦੇ ਸੀ, ਦੇ ਜੇ ਟਾਈਮ ਵਿੱਚ ਪੈ ਜੇ ਫਿਰ ਰੋਟੀ ਨਹੀਂ ਖਾ ਹੁੰਦੀ ਸੀ। ਤੇ ਫਿਰ ਉਹਨਾਂ ਨੇ ਆਪਣਾ ਘੀ ਬਹੁਤ ਦੇਰ ਤੱਕ ਇਹ ਘੀ ਪੀਂਦੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਨਾਲ ਆਪਣਾ ਮੀਟ ਵਗੈਰਾ, ਦੁੱਧ ਵਗੈਰਾ ਵੀ ਖਾਂਦੇ ਸੀਗੇ। ਤਕਰੀਬਨ ਅੱਧਾ ਸੇਰ 3 ਪਾ ਬਦਾਮ ਰੋਜ਼ ਪੀਂਦੇ ਸੀ। ਉਸ ਤੋਂ ਬਾਅਦ ਘੀ ਛੱਡਣ ਤੋਂ ਬਾਅਦ ਇਹਨਾਂ ਨੇ ਫਿਰ 5 ਕਿਲੋ ਮੀਟ ਦੀ ਵਿਸ਼ਾਖੜੀ ਕਹਿੰਦੇ ਆ, ਸਵੇਰੇ ਉਹਨੂੰ ਇੱਧਰ ਰੱਖ ਦੇਣਾ, ਸ਼ਾਮ ਨੂੰ ਨਿਚੋੜ ਕੇ ਪੀਣਾ, ਉਹ ਪੀਂਦੇ ਸੀਗੇ। ਨਾਲ ਉਹੀ ਦੁੱਧ, ਰੋਟੀ, ਮੀਟ। ਉਹਨਾਂ ਦਿਨਾਂ 'ਚ ਕਹਿੰਦੇ ਵੀ ਅਸੀਂ ਜੇ ਮੰਡੀ ਜਾਂਦੇ, 1 ਰੁਪਏ ਦੇ 8 ਮੁਰਗੇ ਛਾਂਟਵੇਂ ਆ ਜਾਂਦੇ ਸੀ, 2 ਆਨੇ ਦਾ ਮੁਰਗਾ ਆ ਜਾਂਦਾ ਵਧੀਆ ਮੰਡੀ 'ਚੋਂ। ਤੇ ਰੁਪਏ ਦਾ 1.25 ਕਿਲੋ ਘੀ ਆਉਂਦਾ ਸੀ, ਰੁਪਏ ਦੇ ਕਿਲੋ ਬਦਾਮ ਸੀਗੇ। ਤੇ ਇਹਨਾਂ ਦੀ ਜਿਹੜੀ ਡਾਈਟ ਉੱਥੇ ਰਾਜੇ ਨੇ ਰੱਖੀ ਸੀ ਰੋਜ਼ ਦੀ, ਉਹ 70 ਰੁਪਏ ਸੀ ਇਹਨਾਂ ਦੀ ਇਕੱਲਿਆਂ ਦੀ। ਤੇ ਜੇ ਹੁਣ ਆਪਾਂ ਬਾਕੀ ਭਲਵਾਨਾਂ ਨੂੰ ਲਾ ਕੇ ਉਹ ਡਾਈਟ ਦਾ ਖਰਚਾ ਲਾਈਏ ਤਾਂ ਬਹੁਤ ਜ਼ਿਆਦਾ ਹੁੰਦਾ, ਮਹੀਨੇ ਦਾ ਲੱਖਾਂ 'ਚ ਆਉਂਦਾ, ਤਾਂ ਭਲਵਾਨ ਤਕੜਾ ਬਣਦਾ ਹੁੰਦਾ। ਬਿਲਕੁਲ ਇਹਨਾਂ ਦਾ ਸੀਗਾ। ਫਿਰ ਇਹਨਾਂ ਦੀ ਇੱਕ ਵਾਰ ਸ਼ਿਮਲੇ ਕੁਸ਼ਤੀਆਂ ਹੋਈਆਂ, ਇਹ ਵੀ ਕੋਈ 1938 ਦੇ ਵਿੱਚ। ਜਿਹੜੀ ਕ੍ਰੈਮਰ ਕੁਸ਼ਤੀ 1936 'ਚ ਹੋਈ, ਤੇ ਜਿਹੜੀ ਲਖਨਊ ਸੋਹਣ ਸਿੰਘ ਨੂੰ ਢਾਇਆ ਉਹ ਤਕਰੀਬਨ 1931 ਸੀਗਾ। ਜਿਹੜਾ ਇੱਥੇ ਕੁਸ਼ਤੀਆਂ ਹੋਈਆਂ ਫਰੀਦਕੋਟ ਮੰਗਲ ਤਰਗੇ ਨੂੰ ਢਾਇਆ, ਇਹ 1933-34 ਦੀ ਗੱਲ ਹੈ। ਇੱਕ ਬਾਰ ਫੰਡ ਦੀਆਂ ਕੁਸ਼ਤੀਆਂ ਹੋਈਆਂ ਸ਼ਿਮਲੇ, ਉਦੋਂ ਵੀ ਇਹਨਾਂ ਨੇ ਜਿੱਥੇ ਸਾਰਾ ਹਮੀਦਾ ਪਹਿਲਵਾਨ ਸੀ, ਗਾਮਾ ਸੀ, ਇਹ ਮਹਾਂਬਖਸ਼ ਵੀ ਸੀਗਾ, ਗੂੰਗਾ ਵੀ ਸੀਗਾ, ਉੱਥੇ ਇਹਨਾਂ ਨੇ ਖਾੜੇ 'ਚ ਕਹਿ ਕੇ ਕਿਹਾ ਸੀ ਵੀ ਕੋਈ ਵੀ ਦੇਸੀ ਪਰਦੇਸੀ ਭਲਵਾਨ ਮੇਰੇ ਨਾਲ ਘੁਲੇ, ਪਰ ਕੋਈ ਉੱਥੇ ਇਹਨਾਂ ਦੇ ਅੱਗੇ ਨਹੀਂ ਘੁਲਣ ਆਇਆ। ਤੇ ਸਭ ਤੋਂ ਵੱਡਾ ਨਾਮ ਸ਼ਿਮਲੇ ਇਹਨਾਂ ਨੂੰ ਮਿਲਿਆ ਸੀ। ਤੇ ਇਹਨਾਂ ਦਾ ਵਜਨ ਕਿੰਨਾ ਰਿਹਾ ਸੀਗਾ ਜੀ? ਵਜਨ ਜਦੋਂ ਇਹ ਪੂਰੇ ਨੌਜਵਾਨ ਸੀਗੇ ਤਕੜੇ, ਉਦੋਂ ਤਕਰੀਬਨ ਇਹਨਾਂ ਦਾ ਹੋਊਗਾ 2.5 ਮਣ ਲਾ ਲਓ, ਜਾਂ 120 ਕਿਲੋ ਜਾਂ 2.5 ਮਣ ਹੈ ਨਾ। ਤੇ ਬਾਅਦ ਦੇ ਵਿੱਚ ਇਹ ਤਕਰੀਬਨ 5-5.5 ਮਣ ਹੋ ਗਿਆ ਸੀਗਾ, ਜਦੋਂ ਥੋੜ੍ਹੇ ਜਿਹੇ ਹੋਰ ਭਾਰੇ ਹੋ ਗਏ ਸੀਗੇ। ਤੇ ਇੱਕ ਹਾਂਜੀ ਕਹਿਣਾ ਚਾਹੁੰਦੇ ਸੀ ਤੁਸੀਂ? ਹਾਂ, ਉਹ ਮੈਂ ਕਹਿਣਾ ਚਾਹੁੰਦਾ ਸੀ ਵੀ ਇੱਕ ਵਾਰ ਤਕਰੀਬਨ ਇਹ 1940 ਦੇ ਵਿੱਚ ਲਾਹੌਰ ਦੁਸਹਿਰੇ 'ਤੇ ਕੁਸ਼ਤੀਆਂ ਹੋਈਆਂ। ਇੱਕ ਮਲੇਰਕੋਟਲੇ ਲਾਗੇ ਪਿੰਡ ਹੈਗਾ, ਉੱਥੋਂ ਦਾ ਤੇਜਾ ਸਿੰਘ ਪਹਿਲਵਾਨ ਇਹਦਾ ਨਾਂ ਸੀ ਉਦੋਂ, ਉਹ ਮੈਨੂੰ 1993 'ਚ ਮਲੇਰਕੋਟਲੇ ਮਿਲਿਆ ਸੀ। ਉਹ ਕਹਿੰਦੇ ਉੱਥੇ ਪਹਿਲਵਾਨ ਨੇ ਗੇੜਾ ਦਿੱਤਾ ਸੀ ਲਾਹੌਰ 'ਚ, ਉਦੋਂ ਵੀ ਸਾਰੇ ਪਹਿਲਵਾਨ ਉੱਥੇ ਸੀਗੇ, ਇਹ ਹਮੀਦਾ, ਮਹਾਂਬਖਸ਼, ਗੂੰਗਾ,
ਉਦੋਂ ਕਹਿੰਦਾ ਕੱਪੜੇ ਮੈਂ ਫੜੇ ਹੋਏ ਸੀ ਇਹਨਾਂ ਦੇ, ਪਿੱਛੇ ਮੈਂ ਸੀਗਾ। ਤੇ ਉਦੋਂ ਇਹਨਾਂ ਨੂੰ ਕਿਸੇ ਨੇ ਨਹੀਂ ਘੇਰਿਆ, ਤੇ ਉੱਥੇ ਵੀ ਸਾਰਾ ਵੱਡਾ ਨਾਮ ਇਹਨਾਂ ਨੂੰ ਮਿਲਿਆ। ਤੇ ਉਹ ਤੇਜਾ ਸਿੰਘ ਨੇ ਵੀ ਦੱਸਿਆ ਜੋ ਪ੍ਰਵਾਨ ਪੱਟਾਂ ਭਰ ਵਹਿੰਦਾ ਸੀਗਾ, ਪੱਟ ਕਹਿੰਦਾ ਇੱਦਾਂ ਸੀਗੇ ਜਿਵੇਂ ਕਹਿੰਦਾ ਸੀਮਿੰਟ ਦੇ ਥੈਲੇ ਰੱਖੇ ਹੁੰਦੇ ਆ। ਤੇ ਫਿਰ ਇੱਕ ਪਹਿਲਵਾਨ ਮੁਕੰਦ ਸਿੰਘ ਸੀਗਾ ਜਵੰਦਿਆਂ ਦਾ, ਉਹਨੂੰ ਇਹ ਲੈ ਗਏ ਸੀਗੇ ਇੱਥੇ ਆਪਣੇ ਤਰਪੰਗੇ। ਉਹਨੂੰ ਆਪਣੇ ਕੋਲ ਖੁਰਾਕ ਖਵਾਈ, ਤਕੜਾ ਕੀਤਾ, ਬਹੁਤ ਚੰਗਾ ਤਕੜਾ ਪ੍ਰਵਾਨ ਬਣ ਗਿਆ। ਇਹਨਾਂ ਨੂੰ ਕਿਸੇ ਕਾਰਨ ਪਿੰਡ ਆਉਣਾ ਪੈ ਗਿਆ, 2-3 ਮਹੀਨੇ ਰਹੇ। ਉਹ ਉੱਥੇ ਆਪਣੀ ਵਰਜਿਸ਼ ਕਰਦਾ ਰਿਹਾ, ਇਹਨਾਂ ਦੀ ਖੁਰਾਕ ਦੇ ਹਿੱਸੇ ਦੀ ਖੁਰਾਕ ਵੀ ਖਾਂਦਾ ਰਿਹਾ। ਉਹਨੂੰ ਇਹ ਹੋ ਗਿਆ ਕਿ ਮੈਂ ਪੂਰਨ ਤੋਂ ਤਕੜਾ ਹੋ ਗਿਆ, ਜਦੋਂ ਪੂਰਨ ਸਿੰਘ ਆਊਗਾ ਮੈਂ ਉਹਨੂੰ ਢਾਹ ਕੇ ਤੇ ਰਾਜੇ ਕੋਲੇ ਮੈਂ ਇਨਾਮ ਚੁਣੂੰਗਾ ਤੇ ਇੱਥੇ ਮੈਂ ਰਹੂੰਗਾ। ਤੇ ਉਹਨੇ ਬਾਅਦ ਚ ਰਾਜੇ ਨੂੰ ਕਿਹਾ ਵੀ ਮੈਂ ਤਕੜਾ ਪੂਰਨ ਸਿੰਘ ਨਾਲ ਜਦੋਂ ਆ ਗਿਆ ਮੈਂ ਕੁਸ਼ਤੀ ਲੜੂੰਗਾ। ਇਹਨਾਂ ਨੇ 2-3 ਮਹੀਨੇ ਕੋਈ ਵਰਜਿਸ਼ ਨਹੀਂ ਕੀਤੀ, ਬਿਲਕੁਲ ਆਏ ਸੀਗੇ। ਉੱਥੇ ਗਏ ਵਾਪਸ, ਰਾਤ ਨੂੰ ਜਾ ਕੇ ਪਹੁੰਚੇ, ਆਪਣਾ ਗੱਲਾਂ ਬਾਤਾਂ ਕੀਤੀਆਂ, ਖਾਣਾ ਖਾਧਾ, ਸੌਂ ਗਏ। ਸਵੇਰੇ ਮੁਕੰਦ ਸਿੰਘ ਸੁਨੇਹਾ ਉੱਠ ਕੇ ਅਖਾੜਾ ਗੁੱਡੀ ਜਾਵੇ। ਇਹਨਾਂ ਦੀ ਅੱਖ ਖੁੱਲ੍ਹੀ ਖੜਕਾ ਸੁਣ ਕੇ ਵੀ ਮੁਕੰਦ ਮਤਲਬ ਅਖਾੜਾ ਗੁੱਡੀ ਜਾਂਦਾ, ਮੈਨੂੰ ਜਗਾਇਆ ਨਹੀਂ, ਕੀ ਗੱਲ ਹੈ। ਫਿਰ ਉਹ ਬੈਠਕਾਂ ਮਾਰ ਕੇ ਵਾਰਮ-ਅਪ ਹੋਣ ਲੱਗ ਗਿਆ। ਇਹਨੂੰ ਸ਼ੱਕ ਪਿਆ ਵੀ ਕੋਈ ਗੱਲ ਹੈ ਇਹਦੇ ਮਨ 'ਚ, ਕੋਈ ਜਾਂ ਤਾਂ ਮੇਰੇ ਨਾਲ ਕੁਸ਼ਤੀ ਲੜਨ ਨੂੰ ਕਹਿੰਦਾ ਜਾਂ ਕੋਈ ਕੀ ਕਾਰਨ ਹੈ। ਇੰਨੇ ਰਾਜਾ ਕਾਰ ਲੈ ਕੇ ਆ ਗਿਆ, ਕਹਿੰਦੇ ਮੇਰਾ ਸ਼ੱਕ ਪੱਕਾ ਹੋ ਗਿਆ ਵੀ ਤਾਂ ਜ਼ੋਰ ਕਰਨ ਨੂੰ ਕਹੂਗਾ। ਉਹੀ ਗੱਲ ਹੋਈ, ਰਾਜੇ ਨੇ ਕਹਿੰਦੇ ਮੈਨੂੰ ਕਿਹਾ ਵੀ ਮੈਂ ਪੂਰਨ ਸਿੰਘ ਮੁਕੰਦ ਸਿੰਘ ਤੇਰੇ ਨਾਲ ਜ਼ੋਰ ਦਿਖਾਊਗਾ, ਅੱਜ ਕੁਸ਼ਤੀ ਮੰਗੂ ਮਤਲਬ। ਤੇ ਮੈਂ ਕਿਹਾ ਠੀਕ ਹੈ। ਕਹਿੰਦੇ ਮੇਰੇ ਮਨ 'ਚ ਬੜਾ ਗੁੱਸਾ ਆਇਆ। ਇਹ ਗੁੱਸੇ ਵਾਲੇ ਵੀ ਸੀ, ਗੁੱਸਾ ਪਰ ਜਾਇਜ਼ ਗੱਲ 'ਤੇ ਕਰਦੇ ਸੀ। ਗੁੱਸੇ ਵਾਲੇ ਬਹੁਤ ਸੀਗੇ, ਜੀਦਾਰ ਬਹੁਤ ਸੀਗੇ। ਕਹਿੰਦੇ ਮੈਂ ਮਾੜਾ ਮੋਟਾ ਪਾਣੀ ਪੂਣੀ ਪੀ ਕੇ ਬਾਥਰੂਮ ਵਗੈਰਾ ਜਾ ਕੇ ਲੰਗੋਟਾ ਪਾ ਕੇ ਮੈਂ ਆ ਗਿਆ। ਮੇਰਾ ਜੀਅ ਕਰੇ ਮੇਰਾ ਗਲ ਤੋੜ ਕੇ ਇਹਨੂੰ ਮਾਰ ਦਿਆਂ ਅੱਜ। ਕਹਿੰਦੇ ਫਿਰ ਮੇਰੇ ਮਨ 'ਚ ਆਇਆ ਵੀ ਜੇ ਇਹਨੂੰ ਮਾਰਤਾ ਲੋਕੀ ਕਹਿਣਗੇ ਮੁਕੰਦ ਸਿੰਘ ਤਕੜਾ ਹੋ ਗਿਆ ਹੋਣਾ, ਬਦਨਾਮੀ ਹੋ ਗਈ, ਪੂਰਨ ਨੇ ਤਾਂ ਮਾਰਤਾ। ਕਹਿੰਦੇ ਮੈਂ ਜਾਨ ਸਰ ਪੱਟਾਂ 'ਚ ਹੱਥ ਪਾ ਕੇ ਚੱਕ ਕੇ ਸਿਰ ਪਰਨੇ ਸੁੱਟ ਕੇ ਉਹਨੂੰ ਬਚਾ ਕੇ ਢਾਹ ਕੇ, ਮਤਲਬ ਟਾਈਮ ਹੀ ਲੱਗਿਆ। ਰਾਜਾ ਕਹਿੰਦਾ ਮੁਕੰਦ ਸਿੰਘ ਬਈ ਤੂੰ ਇਸ ਦੇ ਬਰਾਬਰ ਨਹੀਂ ਹੋ ਸਕਦਾ। ਰਾਜਾ ਵੀ ਸ਼ਰਮਿੰਦਾ ਹੋ ਗਏ ਵੀ ਮੈਂ ਕਿਉਂ ਕਿਹਾ। ਇਹਨਾਂ ਪਿਆਰ ਬਹੁਤ ਕਰਦਾ ਸੀ ਇਹਨਾਂ ਨਾਲ, ਤੇ ਉਹ ਵਾਪਸ ਚਲਾ ਗਿਆ। ਇਹਨਾਂ ਨੇ ਫਿਰ ਮੁਕੰਦ ਸਿੰਘ ਨੂੰ ਕਿਹਾ ਵੀ ਤੂੰ ਭਾਈ ਮੈਂ ਤੈਨੂੰ ਆਪਦੇ ਨਾਲ ਹੀ ਰੱਖਣਾ, ਮੈਂ ਆਪਦੇ ਡੇਰੇ 'ਚ ਹੀ ਰੱਖਣਾ, ਤੂੰ ਇੱਥੋਂ ਜਾ ਭਲਵਾਨੀ ਕਰਨੇ ਕਿਸੇ ਹੋਰ ਦੇ ਡੇਰੇ ਜਾ, ਉਹਦਾ ਵਾਪਸ ਚਲਾ ਜਾ। ਉਹ ਮਤਲਬ ਰਾਜੇ ਕੋਲ ਚਲਾ ਗਿਆ ਵੀ ਭਲਵਾਨ ਨੇ ਜੀ ਮੈਨੂੰ, ਮੇਰੀ ਤਾਂ ਭਲਵਾਨੀ ਖਤਮ ਹੋ ਜਾਊ। ਪੂਰਨ ਸਿੰਘ ਨੇ ਮੈਨੂੰ ਕੈਂਪ 'ਚੋਂ ਕੱਢਤਾ ਵੀ ਮੈਂ ਤਾਂ ਸੁਭਾਵਿਕ ਕਿਹਾ ਸੀ। ਰਾਜੇ ਨੂੰ ਉਹਦੇ ਤਰਸ ਆਇਆ। ਉਹ ਕਹਿੰਦਾ ਬਈ ਕੋਈ ਨਹੀਂ ਮੈਂ ਪੂਰਨ ਸਿੰਘ ਨੂੰ ਕਹੂੰਗਾ। ਉੱਥੇ ਇੱਕ ਬਾਬਾ ਸੀਗਾ, ਬੜਾ ਸਿਆਣਾ ਬੰਦਾ ਸੀ, ਸਲਾਹਕਾਰ ਸੀਗਾ ਰਾਜੇ ਦਾ। ਉਹਨੇ ਉਹਦੇ ਨਾਲ ਗੱਲ ਕੀਤੀ ਸਰਕਾਰ, ਰਾਜੇ ਨੇ। ਬਾਬਾ ਕਹਿੰਦਾ ਸਰਕਾਰ ਤੁਸੀਂ ਪੂਰਨ ਸਿੰਘ ਨੂੰ ਨਾ ਕਹੋ, ਉਹਨੇ ਤੁਹਾਨੂੰ ਜਵਾਬ ਦੇ ਦੇਣਾ, ਉਹ ਇਹਨੂੰ ਹੁਣ ਰੱਖਦਾ ਨਹੀਂ। ਹਾਂਜੀ, ਜੋ ਮਰਜ਼ੀ ਹੈ ਪੱਗ ਪੱਟੀ ਆ ਭਰਾ, ਜੋ ਮਰਜ਼ੀ ਹੈ। ਤੇ ਸ਼ਾਮ ਨੂੰ ਕਹਿੰਦੇ ਜੀ ਸਭ ਨੂੰ ਖਾਣੇ 'ਤੇ ਬੁਲਾ ਕੇ ਉਹ ਰਾਜਾ ਕਹਿੰਦਾ ਨਹੀਂ ਹਟਿਆ, ਕਹਿੰਦਾ ਪੂਰਨ ਸਿੰਘ ਮੇਰੇ ਕਹੇ ਤੋਂ ਇਹਨੂੰ ਮੁਕੰਦ ਸਿੰਘ ਨੂੰ ਮਾਫੀ ਦੇ ਦੇ ਤੇ ਤੂੰ ਵੀ ਨਾਂ ਰੱਖ ਲੈ। ਇਹ ਕਹਿੰਦੇ ਸਰਕਾਰ ਮੈਨੂੰ ਨਾਂ ਰੱਖ ਹੀ ਨਹੀਂ ਸਕਦਾ, ਇਹ ਹੁਣ ਮੇਰਾ ਦੁਸ਼ਮਣ ਬਣ ਚੁੱਕਿਆ, ਮੇਰੇ ਨਾਲ ਬੇਈਮਾਨੀ ਕੀਤੀ ਹੈ। ਰਾਜਾ ਉੱਥੋਂ ਉੱਠੇ, ਕਈ ਬੰਦੇ ਬੈਠੇ ਸੀਗੇ, ਸ਼ਰਮਿੰਦਾ ਹੋ ਕੇ ਕਮਰੇ ਜਾ ਕੇ ਰੋਣ ਲੱਗ ਗਿਆ। ਨਾ ਤਾਂ ਇਹਨਾਂ ਨੂੰ ਕੁਛ ਕਹਿ ਸਕਿਆ, ਪਿਆਰ ਬਹੁਤ ਕਰਦਾ ਸੀ, ਇਹਨਾਂ ਦੀ ਆਪਦੀ ਕਰਾਮਾਤ ਸੀ, ਤਕੜੇ ਸੀਗੇ। ਇਹ ਉੱਥੋਂ ਉੱਠ ਕੇ ਆ ਗਏ ਤੇ ਆਪਣੇ ਕੈਂਪ 'ਚ ਆ ਗਏ, ਟਾਂਗੇ ਮੰਗਾਏ, ਕਹਿੰਦੇ ਸੀ ਆਪਣੇ ਬਿਸਤਰੇ ਬੰਨੇ, ਅਸੀਂ ਉਹਦੇ ਟ੍ਰੇਨ ਦਾ ਟਾਈਮ ਸੀ, ਇੱਥੇ ਆ ਗਏ ਛੱਡ ਕੇ। ਰਾਜੇ ਨੂੰ ਉਹ ਫੇਰ ਬਾਬਾ ਬੁਲਾਇਆ। ਰਾਜੇ ਨੂੰ ਜੋ ਪਤਾ ਲੱਗਿਆ ਉਹ ਚਲਾ ਗਿਆ। ਜਿੰਨੇ ਉੱਥੇ ਪਹਿਰੇਦਾਰ ਸੀਗੇ ਰੇਲਵੇ ਸਟੇਸ਼ਨ ਦੇ ਰਸਤੇ 'ਚ ਸਸਪੈਂਡ ਕਰਤੇ, ਅਸੀਂ ਰੋਕਿਆ ਨਹੀਂ। ਉਹ ਕਹਿੰਦੇ ਸਾਨੂੰ ਕੀ ਪਤਾ ਸੀ, ਅਸੀਂ ਕਿਹਾ ਵੈਸੇ ਜਾ ਰਿਹਾ। ਬਾਬੇ ਨੇ ਕਿਹਾ ਸਰਕਾਰ ਮੈਂ ਤੁਹਾਨੂੰ ਕਿਹਾ ਸੀ ਉਹਨੂੰ ਨਾ ਕਿਹੋ। ਫਿਰ 2-3 ਸਾਲ ਇਹਨਾਂ ਦਾ ਮੇਲ ਨਹੀਂ ਹੋਇਆ, ਪਰ ਜਿੱਥੇ ਇਹਨਾਂ ਦੀ ਕੁਸ਼ਤੀ ਹੋਣੀ ਉੱਥੇ ਵੇਖਣ ਜ਼ਰੂਰ ਆਉਂਦਾ। ਜਦੋਂ ਉਹਨੂੰ ਭੁਲੇਖਾ ਸੀ ਮੇਰੇ ਜਿੰਨੀ ਖੁਰਾਕ ਕਿੱਥੋਂ ਖਾਊਗਾ, ਮਾੜਾ ਹੋ ਗਿਆ ਹੋਣਾ। ਕਹਿੰਦੇ ਮੈਂ ਉਦੋਂ ਵੀ ਤਕੜਾ ਹੋ ਗਿਆ। ਉਹ ਕਈ ਵਾਰੀ ਸ਼ਾਮ ਨੂੰ ਕੋਈ ਪ੍ਰੋਗਰਾਮ ਹੋਣਾ, ਕੋਈ ਗਾਣਾ ਹੋਣਾ, ਮੈਨੂੰ ਬੁਲਾ ਲੈਣਾ, ਪਹਿਲਾਂ ਸੁਨੇਹਾ ਭੇਜਣਾ ਮੈਂ ਮਤਲਬ ਮਾਸ ਕਰਾ ਰਿਹਾ, ਉਹ ਨਹਾ ਰਿਹਾ, ਉਹ ਆਰਾਮ ਕਰ ਰਿਹਾ, ਮੈਂ ਤੀਜੇ ਚੌਥੇ ਸੁਨੇਹੇ 'ਤੇ ਜਾਣਾ, ਜਾ ਕੇ ਮੈਂ ਸੌਂ ਜਾਣਾ, ਉਹਦਾ ਗਾਣਾ ਵਜਾਣਾ ਚੱਲ ਰਿਹਾ। ਕਹਿੰਦੇ ਲੈ ਬੁਲਾਇਆ ਸੀ, ਸੌਂ ਗਿਆ। ਅਤੇ ਫਿਰ 2-3 ਸਾਲ ਬਾਅਦ ਫਿਰ ਜਾਂ ਉਹਨੇ ਕਿਸੇ ਨੂੰ ਕਿਹਾ, ਜਾਂ ਇਹਨਾਂ ਨੂੰ ਇਹਦੇ ਦੋਸਤਾਂ ਨੇ ਕਿਹਾ ਵੀ ਤੇਰੀ ਕੁਸ਼ਤੀ ਹਰ ਰੋਜ਼ ਦੇਖਣ ਆਉਂਦਾ, ਹਰ ਇੱਕ ਜਗ੍ਹਾ ਆਉਂਦਾ, ਤੂੰ
ਸਰਾਜ ਆ ਫਿਰ ਵੀ ਇੱਕ ਵਾਰੀ ਗੋਡੀ ਹੱਥ ਲਾਏ ਨੇ ਨਾ, ਚਲੋ ਕਹਿੰਦੇ ਮੈਂ ਉਹਨਾਂ ਬੰਨੀ ਹੋ ਕੇ ਗੋਡੀਆਂ ਹੱਥ ਲਾਏ, ਮੈਂ ਜੱਫੀ ਪਾ ਕੇ ਰੋਣ ਲੱਗ ਗਿਆ, ਬਾਂਹ ਫੜ ਕੇ ਕਾਜ ਬਿਠਾ ਲਿਆ, ਬਸ ਪੁੱਛੇ ਹੀ ਨਹੀਂ, ਬਾਪਦੇ ਭਰਪੰਗੇ ਲਾਇਆ, ਫਿਰ ਉੱਥੇ ਫਿਰ ਦੁਬਾਰਾ ਰਹੇ ਜੀ। ਅੱਛਾ, ਇੱਕ ਜਿਹੜਾ ਕਹਿੰਦੇ ਨੇ ਵੀ ਸੁਣਨ ਦੇ ਵਿੱਚ ਆਉਂਦਾ ਹੈ ਆਮ ਲੋਕਾਂ ਤੋਂ ਕਿ ਇਹ ਪਹਿਲਵਾਨਾਂ ਦੀ ਜੀ ਕੋਈ ਊਠ ਵਾਲੀ ਕਹਾਣੀ ਸੀ, ਵੀ ਮੇਰਾ ਖਿਆਲ ਹੈ ਵੀ ਜਾਂ ਤਾਂ ਉੱਠ ਇਹਨਾਂ ਨੂੰ ਲੈ ਕੇ ਨਹੀਂ ਤੁਰਦਾ ਸੀ, ਜਾਂ ਇਹ ਇਦਾਂ ਦੀ ਗੱਲਬਾਤ ਸੀ ਕੋਈ, ਉਹ ਕਿਸ ਤਰ੍ਹਾਂ ਸੀ ਇਹ? ਜਦੋਂ ਵੀ ਇਹ ਬਾਹਰੋਂ ਮਤਲਬ ਘੋਲ ਕੇ ਕੁਸ਼ਤੀਆਂ ਆਉਂਦੇ ਹਿੰਦੁਸਤਾਨ 'ਚੋਂ, ਤਾਂ ਸੁਨਾਮ ਰੇਲਵੇ ਸਟੇਸ਼ਨ ਤੋਂ ਇਹਨਾਂ ਨੂੰ ਲੇਕਾ ਸਿੰਘ ਦਾ ਘੋੜਾ ਸੀ ਉਹ ਲੈ ਕੇ ਆਉਂਦਾ ਹੁੰਦਾ, ਬਹੁਤ ਤਕੜਾ ਘੋੜਾ ਸੀ, ਉਹ ਵੀ ਇਨਾਮੀ ਘੋੜਾ ਸੀ, ਮੁਕਤਸਰ ਵਗੈਰਾ ਮੇਲੇ 'ਚ ਜਾਂਦਾ। ਉਹ ਕਿਤੇ ਜਾਂ ਗਿਆ ਸੀ ਜਾਂ ਬਿਮਾਰ ਸੀ, ਵੀ ਪਿੰਡ ਦੇ ਲੋਕ ਲੈਣ ਜਾਂਦੇ, ਇੱਕ ਊਂਠ ਲੈ ਕੇ ਸੀ, ਉਹ ਰੇਲਵੇ ਸਟੇਸ਼ਨ 'ਤੇ ਜਦੋਂ ਊਂਠ ਦੇ ਪਿੱਛੇ ਬਹਿ ਗਏ, ਉਹ ਊਂਠ ਤੋਂ ਉੱਠਿਆ ਨਹੀਂ ਗਿਆ ਸੀ, ਹੈ ਨਾ। ਇਹ ਊਂਠ ਕਿਹਾ ਜਿਹਾ ਸੀ ਇਹ ਮੈਨੂੰ ਪਤਾ ਨਹੀਂ, ਪਰ ਉਹ ਇਹ ਸੱਚੀ ਗੱਲ ਹੈ, ਊਂਠ ਉੱਠਿਆ ਨਹੀਂ ਸੀਗਾ। ਇਹ ਤੁਹਾਨੂੰ ਵੀ ਦੱਸੀ ਕਿਤੇ ਭਲਵਾਨ ਜੀ ਨੇ ਗੱਲ? ਹਾਂ, ਦੱਸੀ ਸੀ ਮੈਨੂੰ ਵੀ ਦੱਸੀ। ਜੀ ਜੀ। ਅੱਛਾ, ਤੁਸੀਂ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਹੈ ਉਸ ਤੋਂ ਬਾਅਦ, ਭਲਵਾਨ ਜੀ ਤੋਂ ਬਾਅਦ ਕਿੰਨੇ ਬੇਟੇ ਹੋ, ਭੈਣ ਭਰਾ ਕਿੰਨੇ ਤੁਸੀਂ? ਮੇਰੇ ਪਿਤਾ ਜੀ ਵੀ ਇਕੱਲੇ ਭਰਾ ਸੀ, ਇੱਕ ਭੈਣ ਸੀ ਉਹਨਾਂ ਦੀ ਬਸੰਤ ਕੌਰ, ਉਹ ਮੋੜਾ ਵਿਆਹੀ ਸੀ, ਉਹ ਗੁੱਜਰ ਸਿੰਘ ਨਾਂ ਸੀ ਸਾਡੇ ਫੁੱਫੜ ਜੀ ਦਾ। 2 ਭੈਣ ਭਰਾ ਸੀਗੇ ਇਹ, ਫਿਰ ਅਸੀਂ ਮੇਰੇ 3 ਭੈਣਾਂ, ਮੈਂ ਇਕੱਲਾ ਬ੍ਰਦਰ, ਮੇਰੇ ਅੱਗੇ ਇੱਕ ਲੜਕਾ 2 ਲੜਕੀਆਂ ਨੇ, ਉਹ ਸਾਰੇ ਬਾਹਰ ਨੇ, ਤੇ ਅਸੀਂ ਇਕੱਲੇ, ਮੇਰਾ ਬੇਟਾ ਵੀ ਇਕੱਲਾ ਹੀ ਹੈ। ਹੁਣ ਮੇਰੇ ਅੱਗੇ ਪੋਤੇ 2 ਨੇ, ਪਹਿਲਾਂ ਮੇਰੇ ਬਾਬੇ ਤੋਂ ਲੈ ਕੇ ਮੇਰਾ ਜਿਹੜਾ ਪੜਦਾਦਾ ਸੀ ਲਹਿਣਾ ਸਿੰਘ, ਸਰ ਲਹਿਣਾ ਸਿੰਘ, ਉਹਦੇ ਵੀ ਇੱਕੋ ਲੜਕਾ ਸੀ ਕਾਕਾ ਸਿੰਘ, ਫਿਰ ਪੂਰਨ ਸਿੰਘ, ਫਿਰ ਜੈ ਸਿੰਘ, ਫਿਰ ਹਰਜਿੰਦਰ ਸਿੰਘ ਮੇਰਾ ਬੇਟਾ ਹੈ। ਹੁਣ ਅੱਗੇ ਮੇਰੇ 2 ਪੋਤੇ ਨੇ, ਅਜੀਤੇਜ ਸਿੰਘ ਤੇ ਅਰਮਾਨ ਸਿੰਘ ਜੀ। ਅੱਛਾ, ਤੁਸੀਂ ਦੇਖੋ ਵੀ ਐਡਾ ਵੱਡਾ ਨਾਮ ਤੁਹਾਡਾ ਕੁਸ਼ਤੀ ਖੇਤਰ ਦੇ ਵਿੱਚ, ਦੁਨੀਆ ਪੂਰਾ ਮਾਣ ਕਰਦੀ ਹੈ, ਜਖੇਪਲ ਨੂੰ ਪੂਰਨ ਵਾਲੀ ਜਖੇਪਲ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ, ਤੇ ਤੁਸੀਂ ਫਿਰ ਅੱਗੇ ਕੋਸ਼ਿਸ਼ ਨਹੀਂ ਕੀਤੀ ਤੁਸੀਂ ਜਾਂ ਅੱਗੇ ਬੇਟੇ ਨੂੰ ਜਾਂ ਅੱਗੇ ਪੋਤਿਆਂ ਨੂੰ ਵੀ ਅਸੀਂ ਇਹਨਾਂ ਨੂੰ ਕੁਸ਼ਤੀ ਵਾਲੇ ਪਾਸੇ ਲੈ ਕੇ ਆਈਏ? ਮੇਰੇ ਪਿਤਾ ਜੀ ਵੀ 2 ਚਿੱਤੀ ਸੀਗੇ, ਮੈਨੂੰ ਪਹਿਲਵਾਨ ਬਣਾਇਆ ਜਾਵੇ, ਕੋਸ਼ਿਸ਼ ਵੀ ਕੀਤੀ, ਪਰ ਉਹ ਚਾਹੁੰਦੇ ਸੀਗੇ ਵੀ ਚਲੋ ਜੇ ਪੜ੍ਹ ਜਾਵੇ ਤਾਂ ਠੀਕ ਹੈ, ਵੀ ਇਹ ਜਿਹੜੀ ਬਹੁਤ ਵੱਡੀ ਤਿਆਗ ਵਾਲੀ ਗੱਲ ਹੈ, ਪਹਿਲਵਾਨ ਬਣਨਾ ਆਮ ਸਾਧ ਸੰਤ ਤੋਂ ਵੀ ਵੱਡੀ ਗੱਲ ਹੈ, ਇਹ 'ਚ ਔਖਾ ਹੈ ਉਹਨਾਂ ਤਾਕਤਵਰ ਬਣਨਾ। ਜੇ ਮੈਂ ਉਹਨਾਂ ਤਾਕਤਵਰ ਨਾ ਬਣਦਾ ਤਾਂ ਉਹਨਾਂ ਨੂੰ ਵੀ ਮਿਹਣੇ ਵਾਲੀ ਗੱਲ ਹੋ ਜਾਂਦੀ, ਜਾਂ ਤਾਂ ਇਹ ਬਣਤੇ ਰਿਹਾ। ਪਰ ਉਹ ਮੈਨੂੰ ਕਹਿੰਦੇ ਰਹਿੰਦੇ ਸੀ ਵੀ ਪਹਿਲਵਾਨੀ ਬਹੁਤ ਵਧੀਆ ਹੈ, ਅਫਸਰ ਬਣ ਜੂ, ਰਾਜਾ ਇੱਕ ਸਟੇਟ ਦਾ ਹੁੰਦਾ। ਉਹਨੇ ਮੈਨੂੰ ਇੱਕ ਵਾਰੀ ਕਿਹਾ, ਕਹਿੰਦੇ ਰਾਜਾ ਦਾ ਇੱਕ ਸਟੇਟ ਦਾ ਹੁੰਦਾ, ਅਫਸਰ DC SP ਹੁੰਦੇ, ਇੱਕ ਜ਼ਿਲ੍ਹੇ ਦੇ ਹੁੰਦੇ ਨੇ, ਕਹਿੰਦੇ ਪਹਿਲਵਾਨ ਤਾਂ ਸਾਰੇ ਜੱਟ ਦਾ ਬਾਦਸ਼ਾਹ ਹੁੰਦਾ, ਮੈਨੂੰ ਸਾਰੇ ਅਫਸਰ ਸਾਰੇ ਕਹਿੰਦੇ ਰਾਜੇ ਦੇਖਣ ਆਉਂਦੇ ਨੇ, ਇਹਦਾ ਉਹਦਾ ਬਹੁਤ ਵੱਡਾ ਹੈ, ਉਹਦਾ ਇਹ ਖਿਆਲ ਸੀ। ਪਰ ਨਾਲ ਹੀ ਉਹ ਮੈਨੂੰ ਚਾਹੁੰਦੇ ਚਲੋ ਤੂੰ ਪੜ੍ਹ ਲੈ, ਫਿਰ ਮੈਨੂੰ ਪੜ੍ਹਨ ਲਾਤਾ। ਮੈਂ 7 ਕੁ ਸਾਲ ਦੀ ਉਮਰ 'ਚ ਪੜ੍ਹਨ ਲੱਗਿਆ, ਐਸੇ ਸਕੂਲ 'ਚ ਮੈਂ 8ਵੀਂ ਪਾਸ ਕੀਤੀ, 8ਵੀਂ ਦਾ ਸਕੂਲ ਸੀ। ਫਿਰ 10ਵੀਂ ਮੈਂ ਗੌਰਮੈਂਟ ਸਕੂਲ ਸੁਨਾਮ ਤੋਂ ਕੀਤੀ, ਫਿਰ ਮੈਂ ਇੰਜੀਨੀਅਰਿੰਗ ਕਰ ਲਈ। ਤੇ ਉਸ ਤੋਂ ਬਾਅਦ ਤੁਸੀਂ ਕਿਸ ਅਹੁਦੇ ਤੋਂ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਜੀ? ਮੈਂ ਐਡੀਸ਼ਨਲ ਸੁਪਰਿੰਟੈਂਡਿੰਗ ਇੰਜੀਨੀਅਰ ਰਿਟਾਇਰ ਹੋਇਆ ਜੀ। ਅੱਛਾ, ਤੁਸੀਂ ਚਲੋ ਤੁਹਾਡੇ ਤੇ ਤਾਂ ਮਤਲਬ ਕਿ ਪਿਤਾ ਜੀ ਨੇ ਇਸ ਤਰ੍ਹਾਂ ਸੋਚਿਆ ਭਲਵਾਨੀ ਬਾਰੇ, ਫਿਰ ਤੁਸੀਂ ਨਹੀਂ ਅੱਗੇ ਸੋਚਿਆ ਆਪਣੇ ਬੇਟੇ ਨੂੰ ਜਾਂ ਅੱਗੇ ਪੋਤਿਆਂ ਨੂੰ ਵੀ ਭਲਵਾਨੀ ਵਾਲੇ ਪਾਸੇ ਲਾਈਏ? ਮੈਂ ਬਸ ਫਿਰ ਮੈਂ ਵੀ ਪੜ੍ਹਨ ਲਾਤੇ ਹੋ, ਹੈ ਨਾ। ਉਹ ਮੇਰਾ ਬੇਟਾ ਤੇ ਇੱਕ ਮੇਰੀ ਬੇਟੀ ਦੋਨੋਂ ਬਾਹਰ ਨੇ, ਕਿੱਥੇ? ਡਾਕਟਰ ਨੇ। ਵੱਡੀ ਬੇਟੀ ਮੇਰੀ ਆਸਟ੍ਰੇਲੀਆ, ਬੇਟਾ ਮੇਰਾ USA ਹੈ। ਛੋਟੀ ਬੇਟੀ ਆ ਉਹ ਵੀ ਇੰਜੀਨੀਅਰ ਹੈ ਉੱਥੇ, ਉਹ ਮਤਲਬ ਉਹ ਵੀ USA ਹੈ ਛੋਟੀ। ਅੱਛਾ, ਭਲਵਾਨ ਜੀ ਦੇ ਸ਼ਾਗਿਰਦ ਕਿੰਨੇ ਹੋਏ ਆ ਤੇ ਕਿਹੜੇ ਕਿਹੜੇ ਹੋਏ ਆ ਜੀ? ਇੱਕ ਸ਼ਾਗਿਰਦ ਉਹਨਾਂ ਦਾ ਕਰਮ ਸਿੰਘ ਸਠਿਆਲਾ, ਲੰਮਾ ਕਰਮਾ ਕਹਿੰਦੇ ਸੀਗੇ, ਰੋਹੀ ਰਾਮ ਸ਼ਾਜਲੀ ਤੇ ਆਪਣਾ ਜਮਾਦਾਰ ਖਾਂ ਸ਼ਾਜਲੀ। ਜਮਾਦਾਰ ਖਾਂ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸੀਗਾ, ਤੇ ਜਿਹੜਾ ਕਿ 1947 ਦੇ ਵਿੱਚ ਉਹ ਮੁਲਤਾਨ ਚਲਾ ਗਿਆ ਜੀ। ਤੇ ਇੱਕ ਇਹਨਾਂ ਦਾ ਸ਼ਾਗਿਰਦ ਚੰਨਨ ਸਿੰਘ ਦਾ ਲੜਕਾ ਮੁਖਤਿਆਰ ਸਿੰਘ, ਉਹ ਵੀ ਮੁਸਲਮਾਨ ਭਾਈਚਾਰੇ ਨਾਲ ਸੀ, ਪਰੰਤੂ ਉਹ ਫਿਰ ਇੰਡੀਪੈਂਡੈਂਟ ਗੋਰਖਪੁਰ ਰਹਿਣ ਲੱਗ ਗਿਆ ਸੀ। ਤਕੜਾ ਭਲਵਾਨ ਸੀ ਉਹ। ਤੇ ਇਹ 3 ਤਕੜੇ ਭਲਵਾਨ ਹੋਏ ਇਹਨਾਂ ਦੇ। ਜਮਾਦਾਰ ਖਾਂ ਇਹਨਾਂ ਦੇ ਤਕੜਾ, ਸਾਰਿਆਂ ਤੋਂ ਤਕੜਾ ਸੀਗਾ। ਜਮਾਦਾਰ ਖਾਂ ਤਾਂ 1950 ਵਿੱਚ ਭੋਲੂ ਨਾਲ, ਜਿਹੜਾ ਕਿ ਗਾਹਾਂ ਗਾਮੇ ਦੇ ਪਰਿਵਾਰ 'ਚੋਂ ਸੀਗਾ, ਉਹਦੇ ਨਾਲ ਬਰਾਬਰ ਘੁਲਿਆ ਆਪਣੇ ਦਿੱਲੀ ਦੇ ਵਿੱਚ ਜੀ। ਅੱਛਾ, ਜਮਾਦਾਰ ਖਾਂ ਬਾਰੇ ਤੁਸੀਂ ਦੱਸ ਰਹੇ ਸੀ ਵੀ ਜਦੋਂ 1947 ਦੇ ਵਿੱਚੋਂ ਇੱਥੋਂ ਗਏ ਨੇ ਤਾਂ ਉਹਨਾਂ ਨੂੰ ਵੀ ਇੱਥੇ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਉਹ ਕਿਸ ਤਰ੍ਹਾਂ ਸੀ ਗੱਲ ਜੀ? 1947 ਦੇ ਵਿੱਚ ਜਿਹੜਾ ਪਿੰਡ ਸ਼ਾਜਲੀ ਸੀਗਾ, ਉਹ ਉਹਨੂੰ ਬਹੁਤ ਪਿਆਰ ਕਰਦਾ ਸੀਗਾ। ਪਿੰਡ ਵਾਲੇ ਨੇ ਕਿਹਾ ਵੀ ਤੁਸੀਂ ਸਿੱਖ ਬਣ ਜਾਓ ਤੇ ਤੁਹਾਨੂੰ ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ।
ਪਰੰਤੂ ਅੰਦਰੋਂ ਸਿੱਖ ਬਣਨਾ ਚਾਹੁੰਦਾ, ਆਪਣਾ ਧਰਮ ਨਹੀਂ ਬਦਲਣਾ ਚਾਹੁੰਦਾ ਸੀ। ਉਹਨੇ ਕਿਹਾ ਵੀ ਮੈਨੂੰ ਤੁਸੀਂ ਮੇਰਾ ਉਸਤਾਦ ਨੂੰ ਬੁਲਾ ਦਿਓ, ਪੂਰਨ ਸਿੰਘ ਨੂੰ ਜਖੇਪਲ ਤੋਂ, ਅਗਰ ਉਹ ਮੈਨੂੰ ਕਹਿ ਦੂਗਾ ਮੈਂ ਧਰਮ ਬਦਲ ਲੂੰਗਾ, ਅਗਰ ਉਹਨੇ ਕਹਿਤਾ ਉਹਨੂੰ ਆ ਕੇ। ਤਾਂ ਉੱਥੋਂ ਦੀ ਪੰਚਾਇਤ ਇਹਨਾਂ ਕੋਲੇ ਪਿੰਡ ਆਈ ਅਤੇ ਇਹਨਾਂ ਨੇ ਉਹ ਪੰਚਾਇਤ ਨੂੰ ਸਮਝਾਇਆ ਵੀ ਮੈਂ ਉਸ ਨੂੰ ਜਾਣਦਾ, ਉਹਨੇ ਧਰਮ ਨਹੀਂ ਬਦਲਣਾ, ਤੁਸੀਂ ਮੈਨੂੰ ਨਾਲ ਲੈ ਕੇ ਜਾਓ। ਪਿੰਡ ਉਹ ਪੰਚਾਇਤ ਖਹਿੜੇ ਪੈ ਗਈ, ਪਰ ਫਿਰ ਇਹ ਇੱਥੋਂ ਇਹਨੂੰ ਪਤਾ ਸੀ ਵੀ ਉੱਥੇ ਜਾ ਕੇ ਝਗੜਾ ਹੋਊਗਾ, ਉਹਨੇ ਬਦਲਣਾ, ਰੌਲਾ ਪਊਗਾ। ਉਦੋਂ ਹੋਮਗਾਰਡ ਦੀਆਂ ਰਾਈਫਲਾਂ ਵਾਲੇ ਮੁੰਡੇ ਹੁੰਦੇ ਸੀ, ਇਹ 2-3 ਰਾਈਫਲਾਂ ਵਾਲੇ ਨਾਲ ਲੈ ਕੇ, 1-2 ਘੋੜੇ, ਇੱਕ ਗੱਡਾ ਲੈ ਕੇ ਨਾਲ। ਉੱਥੇ ਜਾ ਕੇ ਜਮਾਦਾਰ ਖਾਨ ਦਾ ਸਾਰਾ ਪਰਿਵਾਰ ਉੱਪਰ ਇੱਕ ਘਰ ਦੇ ਉੱਪਰ ਚਵਾਰੇ 'ਚ ਬੰਦ ਸੀਗਾ, ਸੇਫ ਰੱਖਿਆ ਸੀ ਪਿੰਡਾਂ ਵਾਲੇ ਵੀ ਕੋਈ ਨੁਕਸਾਨ ਨਾ ਕਰੇ। ਜਦੋਂ ਪੌੜੀਆਂ ਚੜ੍ਹ ਕੇ ਇਹ ਉੱਪਰਲੇ ਪਹੁੰਚੇ ਕੋਠੇ 'ਤੇ ਪੈਰ ਰੱਖਿਆ, ਜਮਾਦਾਰ ਖਾਨ ਅੰਦਰੋਂ ਭੱਜਿਆ ਚਵਾਰੇ ਤੋਂ ਅਤੇ ਪੱਟਾਂ ਨੂੰ ਚਿੰਬੜ ਕੇ ਭੁੱਬਾ ਮਾਰ ਕੇ ਰੋਣ ਲੱਗ ਗਿਆ। ਇਹ ਕਹਿੰਦੇ ਜਮਾਦਾਰ ਖਾਨ ਦੱਸ ਕੀ ਗੱਲ ਹੈ, ਤੇ ਮੈਨੂੰ ਐਸ ਕਰਕੇ ਲਿਆਏ ਨੇ। ਉਹ ਕਹਿੰਦਾ ਭਲਵਾਨ ਜੀ ਉਸਤਾਦ ਚਾਹੇ ਮਰਵਾ ਦੇ ਚਾਹੇ ਬਚਾ ਦੇ, ਧਰਮ ਦਾ ਬਦਲਦਾ ਨਹੀਂ। ਤਾਂ ਉਹ ਫਿਰ ਪਿੰਡ ਦੇ ਬੰਦੇ ਕੁਛ ਜਿਹੜੇ ਜੋਸ਼ 'ਚ ਆ ਗਏ, ਗੁੱਸੇ 'ਚ ਆ ਗਏ ਵੀ ਸਾਨੂੰ ਕਹਿ ਕੇ ਭੇਜਿਆ ਸੀ, ਐਂ ਲੱਗੇ ਮਾਰ ਦਿਓ ਇਹਨੂੰ। ਫਿਰ ਆਪਣੇ ਭਲਵਾਨ ਜੀ ਕਹਿੰਦੇ ਵੀ ਦੇਖੋ ਤੁਸੀਂ, ਮੈਂ ਤੁਹਾਨੂੰ ਉੱਥੇ ਕਹਿ ਕੇ ਲਿਆਇਆ ਸੀ ਵੀ ਉੱਥੇ ਉਹਨੇ ਬਣਨਾ ਨਹੀਂ, ਆਪਣਾ ਝਗੜਾ ਨਾ ਹੋ ਜੇ। ਫਿਰ ਉਹਨੂੰ ਬੰਦਿਆਂ ਨੂੰ ਸਾਰੇ ਪਰੇ ਕਰਕੇ ਉਹਦਾ ਗੱਡੇ 'ਚ ਸਮਾਨ ਪਵਾਇਆ, ਪਰਿਵਾਰ ਬਿਠਾਇਆ, ਦੋਨੇ ਪਾਸੇ ਉਹਦੇ ਬੰਦੂਕਾਂ ਵਾਲੇ ਬੰਦੇ ਲਾ ਕੇ ਘੋੜਿਆਂ 'ਤੇ ਉਹਨੂੰ ਸੰਗਰੂਰ ਕੈਂਪ ਛੱਡ ਕੇ ਆਏ। 1982 ਦੇ ਵਿੱਚ ਮੇਰੀ ਸੰਗਰੂਰ ਪੋਸਟਿੰਗ ਸੀ, ਉਹ ਮੈਨੂੰ ਮਿਲਣ ਆਇਆ ਸੰਗਰੂਰ, 2 ਰਾਤਾਂ ਮੇਰੇ ਕੋਲ ਰਿਹਾ ਅਤੇ ਬੜਾ ਉਹ ਮਤਲਬ ਅੱਖਾਂ ਭਰ ਆਇਆ। ਉਹਨੇ ਵੀ ਦੱਸਿਆ ਮੈਨੂੰ ਵੀ ਸਾਨੂੰ ਐਂ ਬਚਾਇਆ, ਅਤੇ ਨਾਲ ਉਹਨੇ ਮੈਨੂੰ ਇਹ ਵੀ ਕਹੀ ਵੀ ਬਾਹ ਹੋਏ ਜੱਟਾ ਜਿੰਨੀ ਦੇ ਤੇਰੇ ਨਾਲ ਰਹੇ, ਆਗਾ ਬਿੱਲੀ ਨਹੀਂ ਕਹਿਣ ਦਿੱਤੀ, ਵੀ ਸਾਨੂੰ ਕਿਸੇ ਤੋਂ ਓਏ ਨਹੀਂ ਕਹਿਣ ਦਿੱਤੀ। ਮਤਲਬ ਕੋਈ ਕੁਸਕਿਆ ਨਹੀਂ ਜਿੰਨਾ ਚਿਰ ਉਹਨਾਂ ਦੇ ਨਾਲ ਰਹੇ ਨੇ। ਹਾਂ, ਸਾਨੂੰ ਕਿਸੇ ਨੂੰ ਓਏ ਨਹੀਂ ਕਿਹਾ ਜੀ। ਸੋ ਜਿਸ ਤਰ੍ਹਾਂ ਜਖੇਪਲ ਦੇ ਵਿੱਚ ਜਿਹੜਾ ਖੇਡ ਸਟੇਡੀਅਮ ਹੈ, ਸਕੂਲ ਦੇ ਵਿੱਚ ਹੀ ਹੈ, ਰੁਸਤਮ ਹਿੰਦ ਪਹਿਲਵਾਨ ਪੂਰਨ ਸਿੰਘ ਜਖੇਪਲ ਜੀ ਦੇ ਨਾਂ 'ਤੇ ਬਣਿਆ ਹੋਇਆ ਹੈ, ਅਤੇ ਤੁਸੀਂ ਕੋਈ ਹੋਰ ਯਾਦਗਾਰ ਵੀ ਬਣਾਈ ਆ ਉਹਨਾਂ ਦੀ ਯਾਦ ਦੇ ਵਿੱਚ, ਜਾਂ ਆਪਾਂ ਯਾਦਗਾਰ ਦੀ ਗੱਲ ਕਰ ਲਈਏ ਜਾਂ ਕੋਈ ਸੁਸਾਇਟੀ ਵਗੈਰਾ ਜੀ? ਮੈਨੂੰ ਤਾਂ ਜੀ ਮਹਾਰਾਜ ਸਾਹਿਬ ਨੇ ਮੌਕਾ ਦਿੱਤਾ ਸੀ, ਉਹਨਾਂ ਦੇ ਨਾਂ 'ਤੇ ਇੱਕ ਹਾਲ ਕਮਰਾ ਬਣਵਾਇਆ ਸਕੂਲ 'ਚ। ਬਾਕੀ ਪਿੰਡ ਵਾਲੇ ਬੜਾ ਪ੍ਰੇਮ ਕਰਦੇ ਨੇ, ਮੇਰੇ ਨਾਲ ਵੀ ਪ੍ਰੇਮ ਹੈ, ਉਹਨਾਂ ਦੇ ਬਹੁਤ ਸਤਿਕਾਰ ਕਰਦੇ ਨੇ। ਉਹਨਾਂ ਨੇ ਪਿੰਡ ਵਾਲਿਆਂ ਨੇ, ਪੰਚਾਇਤ ਨੇ, ਉਹਨੇ ਆਪਦੇ ਉਸ 'ਤੇ ਬਣਵਾਇਆ ਆਪਦੇ। ਅਤੇ ਹੁਣ ਜੇ ਮੈਨੂੰ ਉਹ ਅੱਗੇ ਕੋਈ ਕਹਿਣਗੇ ਆਪਣਾ ਯੋਗਦਾਨ ਪਾਉਣ ਨੂੰ, ਮੈਂ ਤਿਆਰ ਹਾਂ। ਅਗਰ ਮੈਂ ਚਾਹੁੰਦਾ ਵੀ ਜੇ ਕੋਈ ਵੀ ਚੀਜ਼ ਬਣੇ, ਮੈਂ ਇਕੱਲਾ ਨਾ ਬਣਾਵਾਂ, ਉਹ ਲੋਕਾਂ ਵੱਲੋਂ ਬਣੇ। ਜੀ। ਪੈਸੇ ਲਾਉਣਾ ਹੋਰ ਗੱਲ ਹੁੰਦੀ ਹੈ, ਲੋਕਾਂ ਦੇ ਸਤਿਕਾਰ ਨਾਲ ਬਣਦੀ ਗੱਲ ਕੋਈ ਹੋਰ ਹੁੰਦੀ ਹੈ। ਜੀ। ਪਿੰਡ ਦੇ ਕੁਛ ਲੋਕ ਚਾਹੁੰਦੇ ਵੀ ਨੇ, ਮੈਨੂੰ ਕਹਿੰਦੇ ਵੀ ਨੇ। ਮੈਂ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਬਣਾਓ, ਅੱਗੇ ਤੁਸੀਂ ਹੋਵੋ, ਮੈਂ ਤੁਹਾਡੇ ਨਾਲ, ਜੋ ਮੈਨੂੰ ਤੁਸੀਂ ਹੁਕਮ ਕਰੋਗੇ ਮੈਂ ਉਹ ਕੰਟਰੀਬਿਊਟ ਕਰੂੰਗਾ। ਅਤੇ ਅੱਜ ਕੱਲ੍ਹ ਤੁਸੀਂ ਫਿਰ ਕਿੱਥੇ ਰਹਿ ਰਹੇ ਹੋ ਜੀ? ਮੈਂ ਜ਼ਿਆਦਾ ਜੀ ਆਪਣੇ ਬੇਟੇ ਕੋਲੇ USA ਰਹਿਣਾ, ਕੈਲੀਫੋਰਨੀਆ ਫਰੈਜ਼ਨੋ ਜਾਂ ਫਰੀਮਾਉਂਟ ਛੋਟੀ ਬੇਟੀ ਕੋਲੇ, ਕਦੀ ਆਸਟ੍ਰੇਲੀਆ ਜਾ ਜਾਂਦਾ ਜਾਂ ਫਿਰ ਇੱਥੇ ਆਪਣੇ ਆ ਜਾਂਦਾ, ਵਤਨ 'ਚ ਆ ਜਾਂਦਾ ਜਾਂ ਫਿਰ ਪਿੰਡ ਆ ਜੀ। ਹਾਂ, ਪਿੰਡ ਮੈਂ ਜ਼ਰੂਰ ਗੇੜਾ ਮਾਰਦਾ। ਪਿੰਡ ਦੇ ਵਿੱਚ ਮੇਰਾ ਬਹੁਤ ਪਿਆਰ ਹੈ, ਮੈਨੂੰ ਬਹੁਤ ਚੰਗਾ ਲੱਗਦਾ ਪਿੰਡ ਜਾ ਕੇ। ਮੇਰੇ ਇੱਥੇ ਸਤਿਕਾਰ ਹੈ ਸਭ ਨਾਲ ਹੀ। ਮੇਰੇ ਜਵਾਨ ਮੁੰਡੇ ਤੋਂ ਲੈ ਕੇ ਚਾਹੇ ਉਹ 20 ਸਾਲ ਦਾ ਹੈ, ਚਾਹੇ 25 ਸਾਲ ਦਾ, ਚਾਹੇ ਮੇਰੀ ਉਮਰ ਦਾ, ਚਾਹੇ ਮੇਰੇ ਤੋਂ ਵੱਡਾ ਹੈ। ਮੇਰੇ ਤੋਂ ਵੱਡੇ ਤਾਂ ਹੁਣ ਮੇਰੇ ਦੋਸਤ ਕਈ ਰੱਬ ਨੂੰ ਪਿਆਰੇ ਹੋ ਗਏ, ਜਿਹੜੇ ਮੇਰੇ ਨਾਲ ਮੇਰੇ ਤੋਂ ਜਾਨ ਤੋਂ ਵੱਧ ਵੀ ਪਿਆਰ ਕਰਦੇ ਸੀਗੇ। ਜਿਵੇਂ ਜਮੇਰ ਸਿੰਘ ਸੀਗਾ ਧੰਨ ਸਿੰਘ ਦਾ, ਉਹਦਾ ਲੜਕਾ ਸੁਖਦੇਵ ਸਿੰਘ ਹੈ ਹੁਣ, ਉਹ ਮੇਰਾ ਪਿਆਰ ਕਰਦਾ। ਮਹਿੰਦਰ ਸੀਗਾ ਕਾਕੂ ਸਿੰਘ ਦਾ, ਜਾਂ ਭਾਨ ਸਿੰਘ ਸੀਗਾ, ਹੋਰ ਸਾਰੀ ਤਕਰੀਬਨ ਮੈਂ ਕਿਹਦਾ ਨਾਂ ਲਵਾਂ, ਸਾਰੇ ਪਿਆਰ ਕਰਦੇ ਨੇ। ਇੱਥੋਂ ਤੱਕ ਕਿ ਜਿਹੜੀ ਮੇਰੀ ਜ਼ਮੀਨ ਹੈ, ਇਹਦਾ ਮੈਨੂੰ ਨਹੀਂ ਪਤਾ ਵੀ ਕਿਹਦੇ ਕੋਲ ਠੇਕੇ 'ਤੇ, ਕਿਹਦੇ ਕੋਲ ਬਟਾਈ 'ਤੇ ਹੈ। ਆਪ ਹੀ ਸੰਭਾਲਦੇ ਆ, ਆਪ ਹੀ ਮੇਰਾ ਠੇਕਾ ਲੈ ਕੇ ਜਮ੍ਹਾਂ ਕਰਾਉਂਦੇ ਆ। ਕੋਈ ਚੀਜ਼ ਠੀਕ ਕਰਨੀ ਆਪ ਹੀ ਠੀਕ ਕਰਦੇ, ਪ੍ਰੇਮ ਵਜੋਂ ਜੀ, ਪ੍ਰੇਮ ਹੈ ਬਸ। ਮਤਲਬ ਪਿੰਡ ਦੇ ਨਾਲ, ਪਿੰਡ ਦੇ ਲੋਕਾਂ ਦੇ ਨਾਲ ਪ੍ਰੇਮ ਹੈ, ਅਤੇ ਤੁਸੀਂ ਚਾਹੁੰਦੇ ਵੀ ਹੋ ਵੀ ਜੋ ਕੁਛ ਵੀ ਚਾਹਣ ਪਿੰਡ ਵਾਲੇ ਇਕੱਠੇ ਹੋ ਕੇ ਕਰਨ, ਤਾਂ ਆਪਾਂ ਸਾਥ ਦੇਣ ਨੂੰ ਤਿਆਰ ਉਹਨਾਂ ਦਾ। ਹਾਂ ਜੀ ਹਾਂ, ਜਿੰਨਾ ਕਹਿਣਗੇ ਉਹਨਾਂ ਜੀ। ਸੋ ਉਹਨਾਂ ਸਮਿਆਂ ਦੇ ਵਿੱਚ ਕੋਈ ਵਿਦੇਸ਼ ਜਾਣ ਦਾ ਕੋਈ ਉਹਨਾਂ ਦਾ ਬਣਿਆ ਜੀ, ਗਏ ਕਿਤੇ ਉਹ? ਉਹਨਾਂ ਦਾ ਜੀ 3 ਵਾਰੀ ਪਾਸਪੋਰਟ ਬਣਿਆ, ਮਹਾਰਾਜਾ ਭੰਗਾ ਨੇ ਆਪ ਬਣਵਾਇਆ। ਬ੍ਰਿਟਿਸ਼ ਅੰਪਾਇਰ ਦਾ ਪਾਸਪੋਰਟ ਸੀ ਉਹਨਾਂ ਦਾ। ਉਹਨਾਂ ਦਾ 7 ਘੰਟੇ ਦਾ ਵੀਜ਼ਾ ਵੀ ਲੱਗਿਆ, ਅਤੇ ਰਾਜੇ ਨੇ ਆਪ ਕਿਹਾ ਰਫਾਫ ਦਾ ਐਡਰੈਸ ਦੇ ਕੇ ਉੱਥੇ ਜੋ ਖਰਚਾ ਕਰੂਗਾ ਮੈਂ ਜ਼ਿੰਮੇਵਾਰ ਹਾਂ। ਪਰੰਤੂ ਨਾ ਇਹਨਾਂ ਦੇ ਕਹਿਣ 'ਤੇ ਬਣਵਾ ਦਿੰਦਾ ਸੀ, ਨਾਲ ਜਾਣ ਨਹੀਂ ਦਿੰਦਾ ਸੀ, ਆਨੇ ਬਹਾਨੇ ਰੱਖ ਲੈਂਦਾ ਸੀ। ਉਹਨੂੰ ਡਰ ਸੀਗਾ, ਉਹ ਬਹੁਤ ਪਿਆਰ ਕਰਦਾ ਸੀ ਇਹਨਾਂ ਦਾ। ਉਹਨੂੰ ਇਹ ਸੀ ਵੀ ਜੇ ਚਲਾ ਗਿਆ ਮੇਰੇ ਕੋਲ
ਜੋ ਭਰਾ ਬਣਾ ਲਿਆ ਸੀ, ਮੇਰੇ ਕੋਲ ਚਲਾ ਨਾ ਜਾਵੇ, ਉੱਥੇ ਹੀ ਰੱਖਣਾ ਚਾਹੁੰਦਾ ਸੀ ਉਹ ਜਾਣ, ਨਾ ਇਹ ਪਾਸਪੋਰਟ ਬਣਾਉਂਦਾ ਸੀ, ਵੀਜ਼ਾ ਲਵਾਉਂਦਾ ਸੀ, ਨਾ ਇਹ ਜਾਣ ਦਿੰਦਾ ਸੀ। ਇੱਕ ਵਾਰ ਆਪਣੇ ਮੈਨੂੰ ਵਿਆਹ 'ਚ ਮਿਲਿਆ ਲੁਧਿਆਣੇ ਬੰਦਾ, ਨਿਊਜ਼ੀਲੈਂਡ ਰਹਿੰਦਾ, ਸਿੱਧੂ ਹੈ ਪਾਟਿਆਂ ਦਾ ਮੇਰਾ ਖਿਆਲ। ਉਹ ਮੈਨੂੰ ਵਿਆਹ 'ਚ ਮਿਲਿਆ, ਉਹ ਮੈਨੂੰ ਦੱਸਣ ਲੱਗਿਆ, ਕਹਿੰਦਾ ਨਿਊਜ਼ੀਲੈਂਡ ਮੈਨੂੰ ਇੱਕ ਲਾਹੌਰ ਦਾ ਸ਼ਾਹ ਨਾਮ ਦਾ ਬੰਦਾ ਮਿਲਿਆ। ਜੋ ਉਹਨਾਂ ਮੈਨੂੰ ਦੱਸਿਆ ਵੀ ਮੈਂ ਸੰਗਰੂਰ ਜ਼ਿਲ੍ਹੇ ਦਾ, ਉਹ ਸ਼ਾਹ ਨਾਮ ਦੇ ਬੰਦੇ ਨੇ ਕਿਹਾ ਵੀ ਤੁਹਾਡੇ ਸੰਗਰੂਰ ਜਖੇਪਲ ਦਾ ਪੂਰਨ ਸਿੰਘ ਸੀਗਾ। ਕਹਿੰਦਾ ਮੈਂ ਕਿਹਾ ਵੀ ਹਾਂ ਠੀਕ ਆ। ਕਹਿੰਦਾ ਗਾਮੇ ਨੇ ਕਿਸੇ ਗਾਮਾ ਜਦੋਂ ਉਤਾਰ ਹੋ ਗਿਆ ਸੀ, ਉਹਨੂੰ ਕਿਸੇ ਨੇ ਪੁੱਛਿਆ ਵੀ ਅੱਜ ਕੱਲ੍ਹ ਗਾਮਾ ਜੀ ਤੁਸੀਂ ਤਾਂ ਹੁਣ ਉਤਾਰ ਹੋ ਗਏ, ਹੁਣ ਕਿਹੜਾ ਪਹਿਲਵਾਨ ਤਕੜਾ? ਕਹਿੰਦਾ ਗਾਮੇ ਦੀ ਵਾਰਡਿੰਗ ਸੀਗੀ ਵੀ ਉਹ ਪੂਰਨ ਜਖੇਪਲ ਦੇ ਪੱਟਾਂ ਦੇ ਡੋਲਾਂ 'ਚ ਜ਼ੋਰ ਹੈ, ਮੈਂ ਨਹੀਂ ਦੇਖਿਆ ਕਿਸੇ ਦੇ। ਅਗਰ ਇਹ ਬਾਹਰ ਚਲਾ ਜਾਂਦਾ ਜਾਂ ਚਲਿਆ ਜਾਵੇ ਤਾਂ ਇਹ ਰੁਸਤਮੇ ਜਮਾਂ ਬਣ ਸਕਦਾ, ਇਹਦੇ ਬਰਾਬਰ ਦਾ ਕੋਈ ਪ੍ਰਭਾਵ ਨਹੀਂ ਬਾਹਰ ਜੀ। ਇਹ ਗਾਮੇ ਦੀ ਵਾਰਡਿੰਗ ਸੀ ਜੀ। ਅੱਛਾ ਸਿੱਧੂ ਸਾਹਿਬ, ਜਿਸ ਤਰ੍ਹਾਂ ਇਹ ਪਿੰਡ ਦਾ ਨਾਂ ਜਿਹੜਾ ਜਖੇਪਲ ਦਾ, ਗਾਇਕੀ ਦੇ ਵਿੱਚ ਵੀ ਕਹਿ ਲਈਏ ਤਾਂ ਪੰਮੀ ਬਾਈ ਜੀ, ਕਬੱਡੀ ਦੇ ਵਿੱਚ ਵੀ ਪਹਿਲਾਂ ਜੰਟਾ ਬੰਤਾ ਦੇਵ ਇਹ ਪ੍ਰਸਿੱਧ ਰਹੇ, ਉਸ ਦਾ ਸੂਬੀ ਜੀ ਕਬੱਡੀ ਦੇ ਬੜੇ ਤਕੜੇ ਖਿਡਾਰੀ ਹੋਏ ਨੇ, ਉਸ ਤੋਂ ਬਾਅਦ ਸੁਰਿੰਦਰ ਆ ਗਿਆ, ਰਾਜ ਆ ਗਿਆ, ਹੋਰ ਖਿਡਾਰੀ ਅਨੇਕਾਂ ਖੇਡ ਰਹੇ ਆ। ਪਰ ਪੂਰਨ ਸਿੰਘ ਜਿਹੜਾ ਪਹਿਲਵਾਨ ਸੀ ਉਹ ਇਸ ਪਿੰਡ ਦਾ ਇੱਕੋ ਇੱਕ ਹੋਇਆ। ਕਿ ਉਸ ਤੋਂ ਬਾਅਦ ਨਹੀਂ ਕਿਸੇ ਨੇ ਕੋਸ਼ਿਸ਼ ਕੀਤੀ? ਪਰਿਵਾਰ ਦਾ ਤਾਂ ਤੁਸੀਂ ਦੱਸ ਦਿੱਤਾ ਵੀ ਅਸੀਂ ਤਾਂ ਪੜ੍ਹਾਈ ਵਾਲੇ ਪਾਸੇ ਪੈ ਗਏ, ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਤੇ ਤੁਹਾਨੂੰ ਕਿਵੇਂ ਲੱਗਦਾ ਵੀ ਉਸ ਤੋਂ ਬਾਅਦ ਕਿਉਂ ਨਹੀਂ ਕੋਈ ਪਿੰਡ ਦਾ ਹੋਰ ਅੱਗੇ ਆਇਆ ਕੁਸ਼ਤੀ ਲੜਨ ਵਾਸਤੇ? ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਆਮ ਭਲਵਾਨੀ ਦਾ ਸ਼ੌਂਕ ਸੀ, ਫਿਰ ਦੌਰ ਆਇਆ ਹੌਲੀ ਹੌਲੀ ਪਿੰਡਾਂ 'ਚ ਭਲਵਾਨੀ ਘਟਦੀ ਗਈ। ਹੁਣ ਉਦੋਂ ਭਲਵਾਨ ਬਣਾਉਣ ਲਈ ਇੱਕ ਤਾਂ ਪਹਿਲਾਂ ਮਾਂ-ਬਾਪ ਨੂੰ ਸ਼ੌਂਕ ਹੋਵੇ, ਜਿਵੇਂ ਸਾਡਾ ਮੁੰਡਾ ਸੀ ਭਲਵਾਨ ਬਣਾਉਣਾ, ਤਾਂ ਤੇ ਹੀ ਸ਼ੌਂਕ ਹੋਵੇ, ਅੱਧ ਵਿਚਾਲੇ ਨਹੀਂ। ਫਿਰ ਦੂਜਾ ਜਿਸਨੇ ਭਲਵਾਨ ਬਣਨਾ ਉਹਨੂੰ ਸ਼ੌਂਕ ਹੋਵੇ, ਫਿਰ ਉਹਨੂੰ ਅੱਛਾ ਕੋਈ ਤਕੜਾ ਉਸਤਾਦ ਮਿਲੇ। ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਆਮ ਪਿੰਡਾਂ ਦਾ ਜਿਹੜਾ ਰੁਝਾਨ ਸੀ ਭਲਵਾਨੀ ਵਾਲਾ, ਉਹ ਘਟ ਗਿਆ ਕਿਸੇ ਕਾਰਨ, ਜਾਂ ਸ਼ੌਂਕ ਹੀ ਰਿਹਾ ਮਾਂ ਪਿਓ ਨੂੰ, ਜਾਂ ਇੱਥੇ ਖਰਚਾ ਬਹੁਤ ਹੁੰਦਾ, ਖੁਰਾਕ ਬਹੁਤ ਚਾਹੀਦੀ ਹੈ ਕਬੱਡੀ ਦੇ ਭਲਵਾਨ ਨਾਲੋਂ ਬਹੁਤ ਜ਼ਿਆਦਾ, ਕਿਉਂਕਿ ਇਹ ਲਗਾਤਾਰ ਕਬੱਡੀ ਵਾਲਾ ਭਲਵਾਨ ਹੈ, ਮਤਲਬ ਖਿਡਾਰੀ ਹੈ ਜਿਹੜਾ, ਉਹਨੇ ਅੱਧਾ ਮਿੰਟ 2 ਮਿੰਟ ਝੜ ਪਾਉਣੀ ਹੈ। ਇਹ ਤਾਂ ਪੁਰਾਣੇ ਸਮਾਂ 'ਚ ਜਿਵੇਂ ਘੰਟਾ ਵੱਧੀ ਅੱਧਾ ਘੰਟਾ, ਮਤਲਬ ਇਹ ਦੱਸੀਏ ਜਿਹੜੀ ਕੁਸ਼ਤੀ ਹੈ, ਇਹ ਲਫ਼ਜ਼ ਹੈਗਾ ਕੁਸ਼ਤਮ, ਕੁਸ਼ਤਮ ਪਾਸ ਦਾ ਲਫ਼ਜ਼ ਹੈ। ਕੁਸ਼ਤਮ ਮੀਨਸ ਟੂ ਕਿਲ। ਪਹਿਲਾਂ ਤਾਂ ਭਲਵਾਨ ਇੱਕ ਦੂਜੇ ਨੂੰ ਕਹਿੰਦੇ ਵੀ ਮਾਰ ਹੀ ਦਿੰਦੇ ਸੀਗੇ, ਫਿਰ ਛੁਡਾਉਂਦੇ ਸੀਗੇ ਜਾਂ ਅੰਗ ਪੈਰ ਤੋੜ ਦੇਣੇ। ਫਿਰ ਦੂਜੀ ਗੱਲ, ਜਿਹੜੇ ਵੱਡੇ ਸਰਦਾਰ ਸੀ ਪਹਿਲਾਂ, ਗੌਰਮੈਂਟ ਖਰਚਾ ਨਹੀਂ ਦਿੰਦੀ, ਪਹਿਲਾਂ ਵੱਡੇ ਸਰਦਾਰ ਸੀਗੇ ਜਾਂ ਉਹ ਖਰਚਾ ਦਿੰਦੇ ਸੀ, ਰਾਜੇ ਖਰਚਾ ਦਿੰਦੇ ਸੀ, ਭਲਵਾਨ ਤਿਆਰ ਕਰਦੇ ਸੀਗੇ। ਹੁਣ ਨਾ ਉਹ ਵੱਡੇ ਘਰਾਣੇ ਰਹੇ ਨਾ ਰਾਜੇ ਰਹੇ, ਹੁਣ ਉਹਨਾਂ ਨੂੰ ਪਾਲਣ ਵਾਲਾ ਮਤਲਬ ਘਟ ਗਏ। ਤਾਂ ਇਸ ਕਰਕੇ ਬੜੇ ਥੋੜ੍ਹੇ ਭਲਵਾਨ ਹੈਗੇ ਆ, ਬੜੇ ਥੋੜ੍ਹੇ ਆ। ਇੱਕ ਕੁਸ਼ਤੀ ਦਾ ਜਿਹੜੀ ਕੁਸ਼ਤੀ ਹੁਣ ਹੈ ਜਾਂ ਉਹ ਪੁਰਾਣੀ ਕੁਸ਼ਤੀ ਸੀ, ਇਹ ਦੋਨਾਂ 'ਚ ਢੰਗ ਬਦਲ ਗਿਆ ਬਹੁਤ। ਹੁਣ ਥੋੜ੍ਹੇ ਸਮੇਂ ਦੀ ਹੈ, 6 ਵੀ ਹੈ, 5 ਮਿੰਟ ਦੀ, 7 ਮਿੰਟ ਦੀ, ਉੱਦਾਂ ਦੇ। ਪਰ ਉਨੀ ਵਰਜਿਸ਼ ਵੀ ਨਹੀਂ ਕਰਦੇ, ਉਨੀ ਖੁਰਾਕ ਵੀ ਨਹੀਂ ਜਿੰਨੀ ਖੁਰਾਕ ਇਹਨਾਂ ਵੇਲੇ ਸੀ, ਜਿੰਨੀ ਵਰਜਿਸ਼ ਇਹਨਾਂ ਵੇਲੇ ਵੀ। ਹੁਣ ਦੇ ਭਲਵਾਨ ਇੰਨੀ ਵਰਜਿਸ਼ ਨਹੀਂ ਕਰਦੇ। ਬਾਕੀ ਉਹ ਖੁਰਾਕਾਂ ਵੀ ਦੇਸੀ ਸੀ, ਇਹ ਵੀ ਫਰਕ ਸੀ ਨਾ ਜੀ? ਹਾਂ ਜੀ, ਉਦੋਂ ਖੁਰਾਕਾਂ ਵੀ ਦੇਸੀ ਸੀਗੀਆਂ ਅਤੇ ਕੋਈ ਮਿਲਾਵਟ ਨਹੀਂ ਸੀਗੀ, ਟਾਈਮ ਵੀ ਸੀ ਲੋਕਾਂ ਕੋਲੇ, ਹੁਣ ਟਾਈਮ ਵੀ ਹੈ ਨਹੀਂ। ਅਤੇ ਬਾਕੀ ਖਾਸ ਕਰਕੇ ਜਿਹੜਾ ਮੇਰਾ ਪਿੰਡ ਹੈ, ਬਹੁਤ ਵੱਡਾ ਪਿੰਡ ਹੈ, ਇੱਥੋਂ ਦਾ ਤਾਂ ਜੇ ਹੁਣ ਵੀ ਕੋਈ ਪਰਿਵਾਰ ਜਾਂ ਕੋਈ ਮੁੰਡਾ ਭਲਵਾਨ ਬਣਨਾ ਚਾਹੇ ਜਾਂ ਪਰਿਵਾਰ ਕੋਈ ਬਣਾਉਣਾ ਚਾਹੇ, ਮੈਂ ਉਹਦੇ ਨਾਲ ਖਰਚਾ ਕਰਨ ਨੂੰ ਤਿਆਰ ਹਾਂ। ਪਿੰਡ ਦਾ ਕੋਈ ਬੰਦਾ ਬਣਨਾ ਚਾਹੇ, ਮੈਂ ਉਹਦੇ ਕਈ ਵਾਰੀ ਟ੍ਰੇਨਿੰਗ ਵੀ ਦੇਣ ਦੀ ਕੋਸ਼ਿਸ਼ ਕੀਤੀ। ਅਤੇ ਹੁਣ ਵੀ ਮੇਰੀ ਸਲਾਹ ਵੀ ਮੈਂ ਜਿਵੇਂ ਜਗਤਾਰ ਸਿੰਘ ਗੋਲੂ ਨੂੰ ਕਹਾ ਵੀ ਹਫ਼ਤੇ 'ਚ ਇੱਕ ਦਿਨ ਇੱਥੇ ਆ ਕੇ ਵਰਜਿਸ਼ ਕਰੋ ਜਾਂ ਸਾਡੇ ਮੁੰਡਿਆਂ ਨੂੰ ਟ੍ਰੇਨਿੰਗ ਦਿਓ, ਵੀ ਇੱਦਾਂ ਹੈਗੀ ਸਕੀਮ। ਹਾਂਜੀ, ਬਾਕੀ ਜਗਤਾਰ ਸਿੰਘ ਗੋਲੂ ਕੋਲੇ ਉੱਥੇ ਵੀ ਅਨੇਕਾਂ ਮੁੰਡੇ ਆਉਂਦੇ ਆ, ਚੀਮੇ ਨਾਨਕਸਰ ਚੀਮਾ ਸਾਹਿਬ, ਅਤੇ ਉਹ ਬੜੀ ਵਧੀਆ ਟ੍ਰੇਨਿੰਗ ਦੇ ਰਹੇ ਆ, ਬਹੁਤ ਮੁੰਡੇ ਉਹਨਾਂ ਨੇ ਰੱਖੇ ਹੋਏ ਆ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅਤੇ ਤੁਸੀਂ ਫਿਰ ਇੱਥੇ ਉਹਨਾਂ ਦੇ ਨਾਂ 'ਤੇ ਕੁਸ਼ਤੀ ਦੰਗਲ ਵਗੈਰਾ ਨਹੀਂ ਕਰਾਈ? ਮੈਂ ਕਰਾਉਂਦਾ ਰਿਹਾ ਜੀ, ਪਿੱਛੇ ਕਈ ਸਾਲ ਕਰਾਏ ਲਗਾਤਾਰ। ਫਿਰ 2007 ਤੋਂ ਬਾਅਦ ਮੈਂ ਬਾਹਰ ਜਾਣ ਲੱਗ ਗਿਆ ਅਤੇ ਫਿਰ ਮੈਨੂੰ ਮੌਕਾ ਨਹੀਂ ਮਿਲਿਆ। ਹੁਣ ਵੀ ਮੇਰੀ ਸਲਾਹ ਸੀ ਵੀ ਹੁਣ ਟਾਈਮ ਲੱਗੂਗਾ, ਹੁਣ ਕਰੋਨਾ ਕਰਕੇ ਵੀ ਇਕੱਠ ਨਾ ਕਰੀਏ, ਪਰ ਹੁਣ ਲੱਗਿਆ ਵੀ ਕਰੋਨਾ ਅਸਰ ਘਟਿਆ, ਮੈਂ ਹੁਣ ਜਾਣ ਤੋਂ ਪਹਿਲਾਂ ਇੱਕ ਵਾਰੀ ਕਰਾ ਕੇ ਜਾਊਂਗਾ ਕੁਸ਼ਤੀ ਦੇ ਵਿੱਚ ਜੀ। ਸੋ
ਬੜਾ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ। ਕਾਫੀ ਸਮੇਂ ਦੀ ਸਾਡੀ ਇੱਛਾ ਸੀ ਕਿ ਪਹਿਲਵਾਨ ਜੀ ਦੀਆਂ ਜੋ ਯਾਦਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਹੁਣ ਆਪਾਂ ਸਾਡੇ ਦਰਸ਼ਕਾਂ ਦੇ ਵਿੱਚ ਲੈ ਕੇ ਆਈਏ। ਸੋ ਕੋਈ ਹੋਰ ਭੁੱਲ ਯਾਦ ਜੋ ਜੋ ਤੁਹਾਨੂੰ ਪਹਿਲਵਾਨ ਜੀ ਨੇ ਦੱਸੀ ਹੋਵੇ, ਕਿਉਂਕਿ ਉਹਨਾਂ ਦਾ ਤਾਂ ਇਤਿਹਾਸ ਹੈ ਜਿਹੜਾ ਕੁਸ਼ਤੀ ਦਾ ਬਹੁਤ ਲੰਬਾ ਰਿਹਾ। ਕੋਈ ਇਸ ਤਰ੍ਹਾਂ ਦੀ ਵੱਖਰੀ ਜਿਹੀ ਯਾਦ ਹੁੰਦੀ ਹੈ ਤੇ ਉਹਦੀ ਸਾਂਝ ਹੈ ਜਿਹੜੀ, ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ। ਉਹ ਜਿਹੜਾ ਵੀ ਉਹਨਾਂ ਦੇ ਨਾਲ ਪ੍ਰੇਮ ਕਰਦਾ ਸੀਗਾ ਜਾਂ ਉਹਦਾ ਸਾਥੀ ਬਣ ਗਿਆ, ਉਹਦੇ ਦੁੱਖ ਸੁੱਖ 'ਚ ਖੜੇ ਹੁੰਦੇ ਸੀਗੇ, ਕੁਝ ਵੀ ਕਰਨਾ ਪੈਂਦਾ। ਇੱਦਾਂ ਇਟਾਵੇ ਦੀ ਗੱਲ ਹੈ, ਉੱਥੇ ਆੜ੍ਹਤੀ ਸੀ ਦੇਸੀ ਘੀ ਦੇ, ਇੱਕ ਸ਼ੰਕਰ ਪਹਿਲਵਾਨ ਸੀ, ਬਾਣੀ ਦਾ ਮੁੰਡਾ ਸੀ, ਉਹਨੂੰ ਸ਼ੌਂਕ ਸੀ ਭਲਵਾਨੀ ਦਾ। ਜਦੋਂ ਵੀ ਇਟਾਵੇ ਇਹਨਾਂ ਦੇ ਨਾਂ 'ਤੇ ਇੱਕ ਗੌਰਮੈਂਟ ਕਾਲਜ ਦੇ ਨਾਲ ਹੀ ਬਗੀਚੀ ਸੀ, ਸਾਰੀ ਇਹਨਾਂ ਨੂੰ ਨਾਂ ਲਵਾਈ ਹੋਈ ਸੀ। ਉਹ ਸਾਰੀ ਖੁਰਾਕ ਜਦੋਂ ਇਹ ਜਾਂਦੇ ਇਹਨਾਂ ਨਾਲ ਉਦੋਂ 20-20, 30-30 ਭਲਵਾਨ ਨਾਲ ਹੁੰਦੇ ਸੀਗੇ, ਤਾਂ ਸਾਰਿਆਂ ਨੂੰ ਉਹਨਾਂ ਨੇ ਜਾਣ ਸਾਰ ਬਦਾਮ ਕੀ, ਦੇਸੀ ਘੀ ਕੀ, ਹੋਰ ਸਭ ਕੁਝ ਖੁਰਾਕ ਦੇਣੀ। ਉਹਨਾਂ ਨੂੰ ਇੱਕ ਪ੍ਰੋਬਲਮ ਸੀ ਸ਼ੰਕਰ ਉਹਨਾਂ ਨੂੰ, ਕਿ ਉੱਥੇ ਬਦਮਾਸ਼ ਸੀਗੇ ਟਾਵੇ ਦੇ ਵਿੱਚ, ਉਹ ਦਵਾਈ ਤੇ ਲੋਹੜੀ ਨੂੰ ਉਗਰਾਹੀ ਕਰਦੇ ਸੀ ਨਜਾਇਜ਼। ਇੱਕ ਵਾਰ ਇਹ ਦਿਵਾਲੀ ਵੇਲੇ ਉੱਥੇ ਗਏ ਹੋਏ ਸੀਗੇ, ਉਹ ਬਦਮਾਸ਼ ਆ ਕੇ ਇਹਨਾਂ ਨੂੰ ਕਹਿਣ ਲੱਗੇ ਉਗਰਾਹੀ ਲਈ। ਉਹ ਸ਼ੰਕਰ ਨੇ ਉਹਨੂੰ ਜਵਾਬ ਦਿੱਤਾ, ਤਾਂ ਉਹਨੂੰ ਸ਼ੰਕਰ ਨੇ ਉਹਨਾਂ ਨੇ ਸ਼ੰਕਰ ਦੀ ਬੇਇੱਜ਼ਤੀ ਕੀਤੀ। ਉਹ ਰੋਂਦਾ ਰੋਂਦਾ ਹੋਰ ਮੁੰਡਿਆਂ ਨੂੰ ਨਾਲ ਲੈ ਕੇ ਇਹਨਾਂ ਕੋਲੇ ਅਖਾੜੇ 'ਚ ਆ ਗਿਆ ਵੀ ਸਾਡਾ ਤਾਂ ਕੋਈ ਜਿਉਣਾ ਨਹੀਂ ਹੈ, ਸਾਡੀ ਜ਼ਿੰਦਗੀ ਕੋਈ ਨਹੀਂ, ਵੀ ਸਾਡੇ ਕੋਲੋਂ ਇੱਦਾਂ ਬਦਮਾਸ਼ ਉਗਰਾਹੀ ਕਰਦੇ ਨੇ, ਸਾਡੀ ਹੈਲਪ ਕਰੋ। ਇਹਨਾਂ ਨੇ ਨਾਲ ਦੇ ਬੰਦਿਆਂ ਨੂੰ ਕਿਹਾ ਵੀ ਆਪਾਂ ਹੈਲਪ ਕਰੀਏ। ਉਹ ਥੋੜ੍ਹਾ ਟਲਣ ਲੱਗੇ ਵੀ ਪ੍ਰਦੇਸ਼ 'ਚ ਬੈਠੇ ਹਾਂ, ਕੋਈ ਕੇਸ ਹੋ ਜਾਊਗਾ। ਇਹ ਕਹਿੰਦੇ ਨਹੀਂ, ਆਪਾਂ ਇਹਨਾਂ ਦਾ ਖਾਧਾ, ਨਮਕ ਖਰਾਬ ਨਾ ਕਰੋ, ਚਲੋ ਤਰੀਏ ਨਾਲ। ਚਲੋ ਉਹਨੂੰ ਨਾਲ ਲੈ ਕੇ ਸਾਰਿਆਂ ਨਾਲ ਤੁਰ ਪਏ। ਮੰਡੀ 'ਚ ਗਏ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਵੀ ਗਾਲਾਂ ਕੱਢਣ ਲੱਗ ਗਏ। ਇਹਨਾਂ ਸੋਚਿਆ ਵੀ ਚਲੋ ਇਹਨੂੰ ਸਮਝਾ ਦਈਏ, ਟਲ ਜਾਣਗੇ, ਨਾ ਲੜਾਈ ਹੋਵੇ। ਫਿਰ ਇਹਨਾਂ ਨੇ ਕੀ ਕੀਤਾ, ਆਪਦੇ ਮੁੰਡਿਆਂ ਨੂੰ ਕਹਿ ਕੇ ਉਹਨਾਂ ਦੀਆਂ ਹੀ ਡਾਂਗਾਂ ਖੋਹ ਕੇ ਉਹਦਾ ਕਟਾਪਾ ਚਾੜਿਆ। ਸਾਰੇ ਬਦਮਾਸ਼ ਕੁੱਟ ਕੇ ਭਜਾ ਤੇ ਮੰਡੀ 'ਚੋਂ। ਉਦੋਂ ਬਾਅਦ ਇਟਾਵੇ ਦੇ ਵਿੱਚ ਉਗਰਾਹੀ ਹੋਣੀ, ਜਿਹੜੀ ਹਾੜੀ ਸੌਣੀ ਮਤਲਬ ਦਵਾਈ ਤੇ ਲੋਹੜੀ ਤੇ ਹੁੰਦੀ ਸੀ, ਉਹ ਬੰਦ ਹੋ ਗਈ। ਇੱਥੋਂ ਜਾ ਕੇ ਮਤਲਬ ਦੂਜੇ ਸਟੇਟ 'ਚ ਵੀ ਇਹ ਜਾ ਕੇ ਆਪਣੇ ਦੋਸਤ ਦੀ ਮਦਦ ਕਰਨ ਨੂੰ ਟਲਦੇ ਨਹੀਂ ਸੀ। ਪਿੰਡ ਦੇ ਵਿੱਚ ਵੀ, ਇੱਥੇ ਵੀ ਜਦੋਂ ਕੋਈ ਪੰਚਾਇਤੀ ਗੱਲ ਹੋਣੀ ਜਾਂ ਕੋਈ ਹੋਰ ਗੱਲ ਹੋਣੀ, ਇਹ ਆਪਣਾ ਭਰਾ ਹੀ ਦੇਖਦੇ ਸੀ, ਖਰੀ ਗੱਲ ਕਰਦੇ ਸੀਗੇ। ਇੱਕ ਵਾਰੀ ਇੱਥੇ ਪੁਰਾਣੀ ਗੱਲ ਹੈ ਕਿ ਜੀਵਾ ਸਿੰਘ ਦਾ ਨਾਂ ਦਾ ਇੱਕ ਆਦਮੀ ਸੀਗਾ ਸਾਡੇ ਚੌਵਾਸ 'ਚ, ਬੜਾ ਅੱਛਾ ਬੰਦਾ ਸੀ। ਉਹਦਾ ਅੱਗੇ ਪੂਰਨ ਸਿੰਘ ਲੜਕਾ ਸੀਗਾ। ਜੀਵਾ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਹੱਕੀ ਉਹਦਾ ਘਰ ਖੋਹਣ ਲੱਗੇ। ਪੂਰਨ ਸਿੰਘ ਦਾ ਸਮਾਨ ਚੱਕ, ਛੋਟਾ ਸੀ ਬੱਚਾ ਸੀ, ਬਾਹਰ ਰੱਖਤਾ, ਘਰ 'ਤੇ ਕਬਜ਼ਾ ਕਰ ਲਿਆ। ਉਹਨੂੰ ਕਿਸੇ ਨੇ ਕਿਹਾ ਵੀ ਪਹਿਲਵਾਨ ਆਇਆ, ਤੂੰ ਜਾ ਕੇ ਦੱਸ, ਤੇਰੀ ਮਦਦ ਕਰੂ। ਉਹ ਰੋਂਦਾ ਰੋਂਦਾ ਉਹਨਾਂ ਕੋਲ ਆ ਗਿਆ। ਇਹਨਾਂ 2-4 ਬੰਦੇ ਸਿਆਣੇ ਨਾਲ ਲਏ। ਮੈਂ ਉਹ ਬੰਦਿਆਂ ਦਾ ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਨਾਂ ਨਹੀਂ ਲੈਣਾ ਚਾਹੁੰਦਾ, ਪਿੰਡ ਦਾ ਕੰਮ ਹੈ, ਅਤੇ ਜਾ ਕੇ ਉਹਨਾਂ ਨੂੰ ਫੇਰ ਸਮਝਾਉਣ ਦੀ ਗੱਲਬਾਤ ਕੀਤੀ। ਪਰ ਉਹ ਕਹਿੰਦੇ ਸਾਡਾ ਘਰ, ਅਸੀਂ ਹੱਕੀ ਹਾਂ। ਪਰ ਫਿਰ ਵੀ ਇਹਨਾਂ ਨੂੰ ਫਿਰ ਥੋੜ੍ਹੀ ਜਿਹੀ ਡੰਡਾ ਚਲਾਉਣਾ ਪਿਆ, ਘੂਰਨਾ ਪਿਆ। ਉਹ ਘਰ ਦਾ ਸਾਰਾ ਸਮਾਨ ਉਹਨਾਂ ਬਾਹਰ ਸੁੱਟ ਕੇ ਤਾਂ ਰਖਾ ਕੇ ਆਏ ਜੀ। ਉਹ ਬੰਦੇ ਥੋੜ੍ਹੇ ਜਿਹੇ ਮਤਲਬ ਪੁਲਿਸ ਦੇ ਨਾਲ ਮਿਲਦੇ ਗਿਲਦੇ ਜਿਵੇਂ ਮੁਖਬਰ ਹੁੰਦੇ ਨੇ, ਇੱਦਾਂ ਦੇ ਵੀ ਸੀਗੇ। ਉਹ ਜ਼ੋਰਾਵਰ ਵੀ ਸੀਗੇ, ਲਾਣਾ ਵੱਡਾ ਸੀ। ਕੋਈ ਨਵਾਂ ਥਾਣੇਦਾਰ ਆਇਆ ਸੀਗਾ, ਉਹ ਜਾ ਕੇ ਸ਼ਿਕਾਇਤ ਕਰਤੀ ਵੀ ਪੂਰਨ ਸਿੰਘ ਘਰ ਖੋਹਦਾ ਸਾਡਾ। ਦੂਜੇ ਦਿਨ ਉਦੋਂ ਘੋੜੇ 'ਤੇ ਆਉਂਦੇ ਸੀਗੇ, ਅਤੇ ਉਹ ਥਾਣੇਦਾਰ ਆ ਗਿਆ, ਜਖੇਪੜੀ ਆਬਾਦ ਦੀ ਹਥਾਈ 'ਚ ਬਹਿ ਗਿਆ। ਉਦੋਂ ਇੱਕ ਪਾਟਿਆਂ ਦਾ ਸਰਦਾਰ ਸੀਗਾ, ਉਹ ਵੀ ਕੋਲੇ ਬੈਠਾ ਸੀਗਾ। ਉਹਨੇ ਕਿਹਾ ਵੀ ਚੌਕੀਦਾਰ ਨੂੰ ਕਿਹਾ ਪੂਰਨ ਮੱਲ ਨੂੰ ਬੁਲਾ ਕੇ ਲਿਆ, ਉਹਦੀ ਸ਼ਿਕਾਇਤ ਆ, ਘਰ ਖੋਹਦਾ। ਪਾਟਿਆਂ ਦਾ ਸਰਦਾਰ ਦਾ ਮੈਂ ਹੁਣ ਨਾਂ ਭੁੱਲ ਗਿਆ। ਉਹਨੇ ਕਿਹਾ ਵੀ ਥਾਣੇਦਾਰ ਸਾਹਿਬ, ਉਹ ਇਹੋ ਜਿਹਾ ਨਹੀਂ ਬੰਦਾ, ਨਾ ਉਹਨੂੰ ਬੁਲਾਓ, ਸੀ ਉਹਨੂੰ ਛੇੜੋ ਨਾ, ਉਹਨੂੰ ਬੁਲਾਓ। ਪਰ ਉਹ ਨਵਾਂ ਸੀਗਾ, ਥਾਣੇਦਾਰੀ ਦਾ ਵੀ ਕਈ ਵਾਰ ਰੋਹ ਹੁੰਦਾ, ਨਹੀਂ ਬੁਲਾਓ। ਉਹ ਇਹ ਜਦੋਂ ਜੇ ਕੋਈ ਇੱਦਾਂ ਕੋਈ ਅਫਸਰ ਬੁਲਾਉਂਦਾ, ਕਦੇ ਇਹ ਨਹੀਂ ਕਹਿੰਦੇ ਸੀ ਵੀ ਜੋ ਗੱਲ ਸੁਣੋ, ਜਾਂ ਅਗਲਾ ਕਹਿੰਦਾ ਸੁਣੋ ਸੁਣਾਓ, ਆਪਦਾ ਪੱਖ ਰੱਖਦੇ। ਹਾਂ, ਇਹ ਜਦੋਂ ਗਏ ਥਾਈ 'ਚ, ਉਹ ਥਾਈ ਦੇ ਵਿੱਚ ਡੰਡਾ ਲੱਗਿਆ ਹੁੰਦਾ, ਉਹ ਚੱਕ ਕੇ ਟੱਪਣ ਲੱਗੇ। ਉਹ ਥਾਣੇਦਾਰ ਮੂਹਰੋਂ ਗਲਤ ਬੋਲਣ ਲੱਗਿਆ, ਪੂਰਨ ਮੱਲ ਤੂੰ ਹੈ, ਤੂੰ ਘਰ ਖੋਹਣਾ। ਇਹ ਕਹਿੰਦੇ ਮੈਂ ਸਮਝ ਗਿਆ ਵੀ ਇਹ ਤਾਂ ਕੰਨ ਭਰੇ ਹੋਏ ਨੇ, ਜੇ ਗਲਤ ਗੱਲ ਕਹਿੰਦਾ। ਇਹ ਕਹਿੰਦਾ ਮੈਂ ਪੂਰਨ ਮੱਲ ਮੈਂ ਹੀ ਹਾਂ, ਅਤੇ ਤੂੰ ਥਾਣੇਦਾਰ ਆ, ਮੈਂ ਤੈਨੂੰ ਜਾਣਦਾ, ਅਤੇ ਤੂੰ ਕਹਿੰਦਾ ਘਰ ਖੋਹਣਾ। ਕਹਿੰਦਾ ਮੈਂ ਘਰ ਨਹੀਂ ਖੋਹਦਾ, ਮੈਂ ਘਰ ਦਿਵਾਉਣਾ। ਉਹ ਕਹਿੰਦਾ ਮੈਂ ਤੈਨੂੰ 10 ਨੰਬਰ 'ਚ ਲਿਖ ਦੂੰ। ਇਹ ਕਹਿੰਦੇ 10 ਨੰਬਰ 'ਚ ਤਾਂ ਤੇਰੇ ਕੋਲ ਕਈ ਬੈਠੇ ਨੇ, ਮੈਨੂੰ ਜੇ ਲਿਖਣਾ 100 'ਚ ਲਿਖ। ਜੇ ਤੈਨੂੰ ਬਾਈ ਥਾਣੇਦਾਰ ਦੀ ਆਕੜਾ ਤਾਂ ਉੱਠ ਕੇ ਮੇਰੇ ਬੰਨੀ ਆ ਮਾੜਾ ਜਾ। ਉਹ ਚੁੱਪ ਕਰ ਗਿਆ ਅਤੇ ਘਰ ਵਾਪਸ ਆ ਗਏ। ਉਹ ਪਾਟਿਆਂ ਦਾ ਸਰਦਾਰ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਬੁਲਾ, ਹੁਣ ਉੱਠ ਕੇ ਖੜਾ ਹੁੰਦਾ ਜਾਂ ਤਾਂ ਫਿਰ
ਫਿਰ ਤੁਹਾਨੂੰ ਸਮਝਾਉਂਦਾ ਵੀ ਕੀ ਨਜਾਇਜ਼ ਜਾਇਜ਼ ਕੀ ਹੈ, ਤੂੰ ਨਜਾਇਜ਼ ਕਰ ਰਿਹਾ ਸੀ ਉਹਦੇ ਨਾਲ। ਹਾਂਜੀ ਇੱਦਾਂ ਇੱਥੇ ਇੱਕ ਡਾਕੂ ਟਾਈਪ ਦਾ ਬੰਦਾ ਸੀ ਨੇਕ ਸਿੰਘ, ਉਹ ਵੀ ਗਰੀਬਾਂ ਨੂੰ ਤੰਗ ਕਰਦਾ ਸੀ। ਕਿਸੇ ਦੀ ਉਹ ਬਹੂ ਲੈ ਗਿਆ। ਇਹਨਾਂ ਨੇ ਕਿਤੇ ਸੁਭਾਵ ਕਹਿਤਾ ਵੀ ਸਾਰੇ ਵੱਡੇ ਬਦਮਾਸ਼ ਕਿਸੇ ਘਰ ਮਤਲਬ ਪਿੰਡ ਦੀ ਨੂੰਹ ਧੀ ਵੀ ਨਹੀਂ ਦੇਖਦੇ। ਉਹਨੂੰ ਦੱਸਤਾ ਵੀ ਤੈਨੂੰ ਭਲਵਾਨ ਨੇ ਗਾਲ ਕੱਢੀ ਆ। ਉਹ ਇਹਨਾਂ ਨੂੰ ਕਿਤੇ ਸ਼ਾਮ ਨੂੰ ਬੰਦੂਕ ਲੈ ਕੇ ਸਾਡੇ ਘਰ ਦੇ ਨਾਲ ਥਾਈ ਆ, ਉੱਥੇ ਬਹਿ ਕੇ ਗੋਲੀ ਮਾਰਨ ਲੱਗਿਆ। ਕਿਸੇ ਨੇ ਦੱਸਤਾ ਵੀ ਇੱਥੇ ਕੋਈ ਬੰਦਾ ਵੜਿਆ ਬੰਦੂਕ ਵਾਲਾ। ਇਹ ਕੋਠੇ 'ਤੇ ਬੈਠੇ ਸੀਗੇ ਵੀ ਭਲਵਾਨ ਤੂੰ ਮੰਜੇ ਤੋਂ ਨੀਚੇ ਹੋ ਜਾ। ਇਹ ਨੀਚੇ ਆ ਗਏ। ਆ ਕੇ ਉਹ ਕਹਿੰਦੇ ਉਹਨੂੰ ਥਾਈ ਨੂੰ ਘੇਰਾ ਪਾ ਲਿਆ ਮੁੰਡੇ ਲੈ ਕੇ ਨਾਲ ਦੇ ਕਹਿਣ ਲੱਗੇ ਉਹਨੂੰ ਮਾਰ ਦਿਓ। ਇਹ ਕਹਿੰਦੇ ਨਾ ਮਾਰਨਾ ਨਹੀਂ। ਬੁਲਾਇਆ ਕੌਣ ਹੈ? ਕਹਿੰਦੀ ਮੈਂ ਤਾਂ ਨੇਕ ਹਾਂ, ਮੈਂ ਤਾਂ ਇੱਥੇ ਪੈਗ ਲਾਉਣ ਲੱਗਿਆ ਸੀ। ਇਹ ਕਹਿੰਦੇ ਭਾਈ ਤੂੰ ਸਾਡੇ ਘਰ ਆ, ਗੜਬੀ ਪਾਣੀ ਦੀ ਲੈ ਉਹ ਕਰ। ਜਦੋਂ ਪੜਤਾਲ ਕੀਤੀ ਵਾਕਿਆ ਮਾਰਨ ਮਤਲਬ ਵੀ ਇਹ ਆਇਆ ਸੀ, ਪਰ ਫਿਰ ਉਹਨੂੰ ਇਹਨਾਂ ਨੇ ਕਿਵੇਂ ਨਾ ਕਿਵੇਂ ਭਜਾਤਾ, ਫਿਰ ਉਹ ਖਤਮ ਹੋ ਗਿਆ ਸੀ। ਜੀ ਜੀ। ਸੋ ਤੁਸੀਂ ਵੀ ਗਏ ਹੋ ਜੀ ਕਿਸੇ ਟਾਈਮ ਉਹਨਾਂ ਦੇ ਨਾਲ ਕੁਸ਼ਤੀ ਤੇ? ਮੈਂ ਤਾਂ ਜੀ ਮਤਲਬ ਮੇਰਾ ਜਨਮ ਹੈਗਾ 47 ਦਾ, ਅਤੇ ਜਦੋਂ ਮੈਨੂੰ ਸੁਰਤ ਆਈ ਆ ਉਦੋਂ ਉਹ ਥੋੜ੍ਹੇ ਜਿਹੇ ਛੱਡ ਗਏ ਸੀ, ਪਰ ਵਰਜਿਸ਼ ਕਰਦੇ ਸੀਗੇ। ਮੈਂ ਧਰਭੰਗੇ ਗਿਆ ਉਹਨਾਂ ਨਾਲ, ਇਟਾਵੇ ਵੀ ਮੈਂ ਗਿਆ, ਗੋਰਖਪੁਰ ਵੀ ਮੈਂ ਗਿਆ। ਮੈਨੂੰ ਸੁਰਤ ਹੈ ਮਾੜੀ ਮਾੜੀ। ਅਤੇ ਮੈਂ ਇੱਥੇ ਬਨਾਸਰ ਗਾਰਡਨ 'ਚ ਖੜਕ ਸਿੰਘ ਦੀ ਅਤੇ ਰੋਹੀ ਰਾਮ ਦੀ ਕੁਸ਼ਤੀ ਹੋਈ ਸੀ ਇੱਕ ਵਾਰੀ। ਮੇਰੇ ਖਿਆਲ ਉਹ 56-57 ਦੀ ਗੱਲ ਹੋਣੀ ਆ। ਉਹ ਕੁਸ਼ਤੀ 'ਚ ਗਿਆ। ਇੱਕ ਵਾਰ ਮਲੇਰਕੋਟਲੇ ਕੁਸ਼ਤੀਆਂ ਕਰਾਈਆਂ ਇਹਨਾਂ ਨੇ, ਇੰਚਾਰਜ ਸੀ, ਉੱਥੇ ਵੀ ਗਿਆ। ਪਰ ਇਹਨਾਂ ਦੀ ਜਵਾਨੀ ਵੇਲੇ ਦੀ ਕੁਸ਼ਤੀ ਨਹੀਂ ਮੈਂ ਦੇਖੀ ਉਧਰ ਜੀ। ਤੇ ਇਹਨਾਂ ਦੀ ਮੌਤ ਕਦੋਂ ਹੋਈ ਸੀ, ਕਿਸ ਤਰ੍ਹਾਂ ਜੀ? ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ 6 ਮਾਰਚ 1977 1977। ਮੇਰੀ ਮਾਨਸਾ ਪੋਸਟਿੰਗ ਸੀ, ਮੇਰੇ ਕੋਲ ਸੀ। ਉੱਥੇ ਰਾਤ ਨੂੰ ਪ੍ਰੋਬਲਮ ਆਈ, ਦੂਜੇ ਦਿਨ ਇਹ ਸੁਰਗਵਾਸ ਹੋ ਗਏ। ਪਰ ਉਦੋਂ ਵੀ ਇਹਨਾਂ ਦਾ ਪੂਰਾ ਜੁੱਸਾ ਸੀ, ਤਕੜੇ ਸੀਗੇ। ਇਹਨਾਂ ਨੂੰ ਕੋਈ ਵੀ ਹੱਡ ਪੈਰ ਦੀ ਕੋਈ ਤਕਲੀਫ ਨਹੀਂ ਸੀ। ਜਿਵੇਂ ਭਲਵਾਨਾਂ ਦੇ ਗੋਡੇ ਦੁਖਦੇ ਆ ਜੀ, ਮੋਢੇ ਦੁਖਦੇ ਆ, ਕੋਈ ਪ੍ਰੋਬਲਮ ਸੀ। ਬਿਲਕੁਲ ਠੀਕ ਸੀਗੇ। ਉਹ ਹਾਰਟ ਦੀ ਪ੍ਰੋਬਲਮ ਹੋ ਗਈ, ਦੂਜੇ ਦਿਨ ਸੁਰਗਵਾਸ ਹੋ ਗਏ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਤੇ ਆਪਣੀ ਪਹਿਲਵਾਨ ਸਰਦਾਰ ਪੂਰਨ ਸਿੰਘ ਜੀ ਦੀਆਂ ਗੱਲਾਂ ਬਾਤਾਂ ਸੀ ਜੋ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਦੋਸਤੋ, ਇਹ ਸਨ ਰੁਸਤਮੇ ਹਿੰਦ ਪਹਿਲਵਾਨ ਸਰਦਾਰ ਪੂਰਨ ਸਿੰਘ ਜੀ ਜਖੇਪਲ, ਉਹਨਾਂ ਦੇ ਸੁਪੁੱਤਰ ਸਰਦਾਰ ਜੈ ਸਿੰਘ ਜੀ ਸਿੱਧੂ। ਅੱਜ ਆਪਾਂ ਨੇ ਗੱਲਬਾਤ ਕੀਤੀ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਖੇਤਰ ਦੇ ਨਾਲ ਜੁੜੀ ਹੋਈ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।